वाहिगुरू जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरू 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 वाहिगुरू। परम सम्मानयोग ਅੱਜ ਦੇ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਪਿਛਲੇ ਹਫ਼ਤੇ ਅਸੀਂ ਗੁਰਮਤਿ ਵਿਚਾਰਾਂ ਦੀ ਇੱਕ ਲੜੀ ਆਰੰਭ ਕੀਤੀ ਹੋਈ ਹੈ, ਜਿਸ ਦਾ ਸਿਰਲੇਖ ਗੁਰਮੁਖੀ ਬਾਣਾ ਸੀ। ਗੁਰਮੁਖੀ ਬਾਣੇ ਦੇ ਨਾਲ ਅੱਗੋਂ ਲੜੀ ਚਲਦੀ ਚਲਦੀ ਔਖੀ ਘਾਟੀ ਤੇ ਪਹੁੰਚੀ। ਬਾਣੇ ਦਾ ਕੀ ਮਹਾਨਤਾ ਹੈ, ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ, ਸਤਿਗੁਰੂ ਜੀ ਨੇ ਕੀ ਸੇਧ ਬਖਸ਼ਿਸ਼ ਕੀਤੀ ਹੈ, ਇਹ ਕੁਝ ਵਿਚਾਰਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ। ਪਰ ਇਹ ਹੈ ਬੜਾ ਔਖਾ ਜਿਹਾ ਮਸਲਾ। ਗੁਰੂ ਦੀ ਗੱਲ ਨੂੰ ਮੰਨਣਾ ਸੌਖੀ ਬਾਤ ਨਹੀਂ ਹੈ। ਜਦ ਤੱਕ ਮਨ ਵਿੱਚ ਗੁਰੂ ਪ੍ਰਤੀ ਅਥਾਹ ਪਿਆਰ ਤੇ ਪ੍ਰੇਮ ਪੈਦਾ ਨਹੀਂ ਹੁੰਦਾ, ਜਦ ਤੱਕ ਇਹ ਮਨ ਸਤਿਗੁਰ ਦੇ ਅੱਗੇ ਵੇਚਿਆ ਨਹੀਂ ਜਾਂਦਾ, ਜਦ ਤੱਕ ਤਨ ਮਨ ਧਨ ਦੀ ਸੌਂਪਣਾ ਸਤਿਗੁਰੂ ਨੂੰ ਨਹੀਂ ਕੀਤੀ ਜਾਂਦੀ, ਉਦੋਂ ਤੱਕ ਗੁਰੂ ਦੀ ਗੱਲ ਮੰਨਣੀ ਬੜੀ ਔਖੀ ਹੈ। ਔਰ ਸਾਨੂੰ ਉਪਰੀ ਜੀ ਜਾਪਦੀ ਹੈ। ਗੁਰਮੁਖੀ ਬਾਣੇ ਦੀ ਬਾਤ ਵੀ ਸਾਨੂੰ ਉਪਰੀ ਜੀ ਜਾਪਦੀ ਹੈ। ਇੱਕ ਔਖਾ ਜਿਹਾ ਪੈਂਡਾ ਹੈ, ਔਖੀ ਜੀ ਘਾਟੀ ਹੈ, ਜਿਸ ਤੇ ਸਾਡਾ ਕਦਮ ਹੈ। ਔਰ ਜਿਸ ਰਸਤੇ ਤੇ ਅਸੀਂ ਤੁਰ ਕੇ ਨਾ ਵੇਖਿਆ ਹੋਵੇ, ਦੂਰੋਂ ਸੁਣ ਕੇ ਹੀ ਉਹ ਰਸਤਾ ਛੱਡ ਦਿੱਤਾ ਹੋਵੇ, ਫਿਰ ਉਸ ਰਸਤੇ ਦਾ ਭੇਦ ਵੀ ਪਤਾ ਨਹੀਂ ਲੱਗਦਾ, ਉਹਦੀ ਸਾਰ ਵੀ ਨਹੀਂ ਹੁੰਦੀ। ਕਰਮਕਾਂਡ ਤੇ ਫਿਲਾਸਫੀ ਇਹ ਗੱਲਾਂ ਅਲੱਗ ਹਨ, ਪਰ ਇਸ ਗੁਰੂ ਨਾਨਕ ਦੇ ਵਿਖੜੇ ਪਿੰਡੇ ਦੇ ਚੱਲਣ ਦੇ ਲਈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੇ ਕਾਨ ਨਾ ਕੀਜੈ। ਸਿਰਜਣਹਾਰ ਮਾਲਕ ਸਤਿਗੁਰੂ ਗੁਰੂ ਪਾਤਸ਼ਾਹ ਜੀ ਸੰਸਾਰ ਵਿੱਚ ਆਏ, ਇਸ ਮਰੀ ਹੋਈ, ਆਤਮਿਕ ਤੌਰ ਤੇ ਮਰੀ ਹੋਈ ਇਸ ਪ੍ਰਜਾ ਨੂੰ ਇੱਕ ਜੀਵਨ ਬਖਸ਼ਿਆ, ਜੀਵਨ ਦਾ ਢੰਗ ਦੱਸਿਆ, ਜੀਵਨ ਦੀਆਂ ਮਰਾਦਾਂ ਦੱਸੀਆਂ, ਔਰ ਧਰਮ ਤੇ ਚੱਲ ਰਹੇ ਪਖੰਡਾਂ ਨੂੰ, ਧਰਮ ਦੇ ਨਾਂ ਤੇ ਕੀਤੇ ਜਾ ਰਹੇ ਕਰਮ ਕਾਂਡਾਂ ਨੂੰ ਗੁਰੂ ਪਾਤਸ਼ਾਹ ਨੇ ਪ੍ਰਵਾਨ ਨਾ ਕੀਤਾ। ਸਤਿਗੁਰੂ ਜੀ ਪ੍ਰਤੀ ਪਿਆਰ, ਮੁਹੱਬਤ ਅਤੇ ਸ਼ਰਧਾ ਤੇ ਭਰੋਸਾ, ਸਿਦਕ ਕਿਹੋ ਜਿਹਾ ਹੋਵੇ। ਇੱਕ ਇਤਿਹਾਸਕ ਛੋਟੀ ਜਿਹੀ ਸਾਖੀ ਆਉਂਦੀ ਹੈ, ਇਤਿਹਾਸਕ ਘਟਨਾ ਹੈ। ਰਾਮ ਰਾਏ ਦੇਹਰਾਦੂਨ ਵਿੱਚ ਟਿਕਿਆ ਹੋਇਆ ਹੈ। ਆਪਣਾ ਡੇਰਾ ਬਹੁਤ ਵੱਡਾ ਉਸਨੇ ਦੇਹਰਾਦੂਨ ਵਿੱਚ ਬਣਾਇਆ ਹੈ।
राम राय तो आप तुसीं जानते होवोगे, सतगुरु पातशाह ने जदों गुरगद्दी की जिम्मेवारी गुरु हरकृष्ण साहब जी ਨੂੰ सौंप ਦਿੱਤੀ, ਜਦੋਂ ਇਸਨੇ ਬਾਣੀ ਦੀ ਇੱਕ ਪੰਕਤੀ ਦੇ ਇੱਕ ਅੱਖਰ ਨੂੰ ਬਦਲ ਦਿੱਤਾ ਸੀ, ਤਾਂ ਸਤਿਗੁਰੂ ਜੀ ਨੇ ਦੁਬਾਰਾ ਇਸ ਨਾਲ ਮੱਥੇ ਨਹੀਂ ਲਾਇਆ। ਖਬਰ ਹੋਈ ਰਾਮ ਰਾਏ ਨੂੰ ਕਿ ਗੁਰੂ ਨਾਨਕ ਦੀ ਗੱਦੀ ਤੇ ਵਾਰਿਸ ਕਲਗੀਧਰ ਪਾਤਸ਼ਾਹ ਪਤਿਤ ਪਾਵਨ ਇੱਥੋਂ ਥੋੜੀ ਦੂਰ ਪੌਂਟੇ ਦੀ ਧਰਤੀ ਦੇ ਉੱਤੇ ਆਏ ਹੋਏ ਹਨ ਔਰ ਮਿਲਣ ਵਾਲਿਆਂ ਨੂੰ ਜੀਵਨ ਦਾਨ ਬਖਸ਼ ਰਹੇ ਹਨ। ਕਲੇਜੇ ਵਿੱਚ ਖਿੱਚ ਪਈ, ਇੱਕ ਧਰੂ ਜੀ ਪਈ, ਮਨ ਵਿੱਚ ਵਿਚਾਰ ਆਇਆ, ਕਲਗੀਧਰ ਜੀ ਦੇ ਦਰਸ਼ਨ ਕਰ ਲਏ ਜਾਣ। ਆਪਣਾ ਇੱਕ ਖਾਸ ਇਲਚੀ ਭੇਜਿਆ, ਇੱਕ ਮਹਿਰਮ ਭੇਜ ਕੇ ਆਗਿਆ ਮੰਗੀ। ਆਗਿਆ ਪ੍ਰਵਾਨ ਹੋਈ, ਜਮਨਾ ਨਦੀ ਦੇ ਮਿਲਣ ਦਾ ਟਿਕਾਣਾ ਨਿਸ਼ਚਿਤ ਕੀਤਾ ਗਿਆ। ਦੋਵਾਂ ਪਾਸਿਆਂ ਤੋਂ ਕੁਝ ਸੇਵਕ ਨਾਲ ਸਨ ਜੋ ਬਾਹਰ ਕਿਨਾਰੇ ਤੇ ਖੜੇ ਸਨ। ਬੇੜੀ ਵਿੱਚ ਸਵਾਰ ਹੋ ਕੇ ਇਧਰੋਂ ਕਲਗੀਧਰ ਪਾਤਸ਼ਾਹ ਤੇ ਉਧਰੋਂ ਰਾਮ ਰਾਏ ਜਮਨਾ ਨਦੀ ਵਿੱਚ ਇਕੱਠੇ ਹੋਏ ਹਨ। ਉਹ ਆਪਣੀ ਬੇੜੀ ਵਿੱਚ ਹਨ, ਉਹ ਆਪਣੀ ਬੇੜੀ ਵਿੱਚ ਹਨ। ਸਤਿਗੁਰੂ ਜੀ ਦੇ ਸਿੱਖ ਇਸ ਕੌਤਕ ਦਾ ਅੱਜ ਨਜ਼ਾਰਾ ਦੇਖ ਰਹੇ ਹਨ, ਪਰ ਰਾਮ ਰਾਏ ਦੇ ਸੇਵਕਾਂ ਨੇ, ਉਹਦੇ ਸ਼ਰਧਾਲੂਆਂ ਨੇ ਗੁਰੂ ਵੱਲੋਂ ਕੰਡ ਕਰਕੇ ਮੂੰਹ ਦੂਜੇ ਪਾਸੇ ਕਰ ਲਿਆ, ਪਿੱਠ ਕਰ ਦਿੱਤੀ। ਮੁਲਾਕਾਤ ਤੋਂ ਪਿੱਛੋਂ ਰਾਮ ਰਾਏ ਜਦੋਂ ਆਪਣੇ ਡੇਰੇ ਵਿੱਚ ਪਹੁੰਚਿਆ ਤਾਂ ਉਸਨੇ ਇਸ ਹੈਰਾਨ ਕਰ ਦੇਣ ਵਾਲੇ ਵਰਤਾਰੇ ਦਾ ਕਾਰਨ ਪੁੱਛਿਆ। ਉੱਤਰ ਮਿਲਿਆ, ਹਜ਼ੂਰ, ਜਦ ਤੋਂ ਆਪਦੇ ਹੋ ਗਏ ਹਾਂ, ਹੋਰ ਪਾਸੇ ਤੱਕਣਾ ਵੀ ਹਰਾਮ ਹੈ। ਮੈਂ ਸਿਰਫ ਉਦਾਹਰਨ ਦੇ ਰਿਹਾ ਹਾਂ ਵੀ ਇੱਕ ਦੇਹਧਾਰੀ ਤੇ ਗੁਰੂ ਘਰ ਤੋਂ ਜਿਹਨੂੰ ਛੇਕਿਆ ਹੋਇਆ ਦੂਜੇ ਲਫ਼ਜ਼ਾਂ 'ਚ ਅਸੀਂ ਵਰਤ ਸਕਦੇ ਹਾਂ, ਉਹਦੇ ਸੇਵਕ, ਉਹਦੇ ਚੇਲੇ ਕਿੰਨਾ ਭਰੋਸਾ ਤੇ ਕਿੰਨਾ ਵਿਸ਼ਵਾਸ ਉਹਦੇ ਉੱਤੇ ਰੱਖਦੇ ਹਨ। ਤੇ ਅੱਜ ਗੁਰੂ ਕਾ ਸਿੱਖ ਦੂਜਾ ਪਾਸਾ ਅਸੀਂ ਜਦੋਂ ਦੇਖਦੇ ਹਾਂ ਕਿ ਸੱਚਮੁੱਚ ਸਾਡਾ ਭਰੋਸਾ, ਸਾਡਾ ਵਿਸ਼ਵਾਸ ਵੀ ਗੁਰੂ ਤੇ ਇਹੋ ਜਿਹਾ ਬਣ ਗਿਆ ਹੈ ਕਿ ਅਸੀਂ ਸਿਰਫ ਉੱਪਰੋਂ ਗੁਰੂ ਨਾਲ ਪਿਆਰ ਕਰਦੇ ਹਾਂ। ਜੇ ਸੱਚਮੁੱਚ ਗੁਰੂ ਨਾਲ ਪਿਆਰ ਬਣ ਗਿਆ ਹੋਵੇ ਤਾਂ ਗੁਰੂ ਦੀ ਹਰ ਗੱਲ ਮੰਨਣੀ ਸੁਭਾਵਿਕ ਹੀ ਸਾਡੇ ਜਿਗਰ ਦਾ ਇੱਕ ਹਿੱਸਾ ਬਣ ਜਾਏਗੀ। ਕਿਆ ਸੋਹਣਾ ਇਸ਼ਕ ਹੈ ਜਿਹੜਾ ਸਤਿਗੁਰ ਤੋਂ ਕੁਰਬਾਨ ਹੋ ਜਾਂਦਾ ਹੈ। ਸੱਚਮੁੱਚ ਇੱਕ ਜੀਵਨ ਦੀ ਬੜੀ ਉੱਚੀ ਖੇਡ ਹੈ। ਇਹ ਗੁਰਮੁਖੀ ਬਾਣਾ ਹੈ ਤਾਂ ਔਖੀ ਘਾਟੀ, ਲੇਕਿਨ ਹੈ ਇੱਕ ਆਪਣੇ ਪਿਆਰੇ ਤੋਂ ਕੁਰਬਾਨ ਹੋਣਾ, ਇੱਕ ਇਸ਼ਕ ਨਿਭਾਉਣਾ ਹੈ। ਉਹ ਤੋਂ ਕੁਰਬਾਨ ਹੋ ਕੇ ਉਸ ਮੁਹੱਬਤ ਤੋਂ ਸਦਕੇ ਜਾ ਕੇ ਆਪਣੇ ਜੀਵਨ ਦੀ ਸੌਂਪਣਾ ਕਰਨਾ ਹੈ। ਪਰ ਮਨ ਜ਼ਰਾ ਠਹਿਰ, ਅੱਜ ਮਾਇਆ ਦੇ ਧੰਦਿਆਂ ਵਿੱਚ ਮਾਤਾ ਪਿਤਾ, ਇਸਤਰੀ ਆਦਿਕ ਦੇ ਮੂੰਹ ਵਿੱਚੋਂ ਨਿਕਲ ਕੇ ਆਪਣੇ ਰਹਿਬਰ ਤੋਂ ਸਦਕੇ ਹੋ ਜਾਣਾ, ਆਪਣੇ ਇਸ਼ਕ ਤੋਂ ਕੁਰਬਾਨ ਹੋ ਜਾਣਾ ਕੋਈ ਨਿੱਕੀ ਜਿਹੀ ਗੱਲ ਨਹੀਂ। ਪਰ ਧੰਨ ਸੋਹਣਾ ਸਤਿਗੁਰੂ, ਉਸਦੇ ਪ੍ਰੇਮ ਦੀ ਖੇਡ ਸੱਚਮੁੱਚ ਬਹੁਤ ਉੱਚੀ ਚੀਜ਼ ਹੈ। ਇਹ ਗੱਲ ਸਮਝ ਵਿੱਚ ਨਾ ਆਈ। ਦੁਨੀਆ ਦੇ ਲੋਕ ਮਾਇਆ ਵਿੱਚ ਵਿਲਕਦੇ ਹਨ, ਤੜਫਦੇ ਹਨ। ਕੋਈ ਭਾਗਾਂ ਵਾਲੇ ਹਨ ਜਿਹੜੀਆਂ ਇਹ ਜੰਜੀਰਾਂ ਨੂੰ ਤੋੜ ਕੇ ਗੁਰੂ ਦੀ ਸ਼ਰਨ ਵਿੱਚ ਆ ਪੈਂਦੇ ਹਨ, ਸੱਚਮੁੱਚ ਗੁਰੂ ਦੇ ਬਾਣੇ ਨੂੰ ਪਿਆਰ ਕਰਦੇ ਹਨ, ਉਹਦੀ ਬਾਣੀ ਨੂੰ ਪਿਆਰ ਕਰਦੇ ਹਨ। ਸੰਸਾਰ ਨਫ਼ਰਤ ਉੱਤੇ ਖੜਾ ਹੈ। ਇਹ ਹਰ ਕਾ ਰੂਪ ਸੰਸਾਰ ਨਫ਼ਰਤ ਦੀ ਅੱਜ ਘਾਟੀ ਬਣ ਕੇ ਰਹਿ ਗਿਆ ਹੈ। ਪਰ ਹਰੀ ਦੇ ਚਰਨਾਂ ਵਿੱਚ ਜੁੜਿਆ ਹੋਇਆ ਮਨ
ਇਸ ਵਿਸ਼ ਸੰਸਾਰ ਵਿੱਚ ਨਿਰੰਕਾਰ ਦਾ ਰੂਪ ਵੇਖਦਾ ਹੈ। ਸਤਿਗੁਰ ਦੇ ਦੁਲਾਰਿਆਂ ਨੂੰ ਕਦੀ ਪੁੱਛ ਕਰਕੇ ਇਹ ਗੱਲ ਤਾਂ ਦੇਖੀਏ, ਪਾਤਸ਼ਾਹ ਤੁਹਾਨੂੰ ਵੈਰੀ ਕਿਹੋ ਜਿਹਾ ਦਿਸਦਾ ਹੈ? ਗੁਰਸਿੱਖਾਂ ਨੂੰ ਸਵਾਲ ਕਰਕੇ ਤਾਂ ਦੇਖੋ, ਤੁਹਾਨੂੰ ਵੈਰੀ ਕਿਹੋ ਜਿਹਾ ਦਿਸਦਾ ਹੈ? ਕੀ ਸੰਸਾਰ ਵਿਸ਼ ਨਾਲ ਦਿਖਦਾ ਹੈ? ਤੁਹਾਡੇ ਅੰਦਰ ਮੁਹੱਬਤ ਕਿਤਨੀ ਹੈ? ਜਦੋਂ ਦੇ ਬਸ ਅੱਗੋਂ ਜਵਾਬ ਮਿਲਦਾ ਹੈ, ਜਿਸ ਨੇ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ, ਉਹਦਾ ਜਵਾਬ ਹੁੰਦਾ, ਜਦੋਂ ਦੇ ਆਪ ਦੇ ਚਰਨਾਂ ਤੇ ਨਿਸ਼ਾਵਰ ਹੋਏ ਹਾਂ, ਜਦੋਂ ਦੇ ਆਪ ਦੇ ਚਰਨਾਂ ਵਿੱਚ ਲੱਗੇ ਹਾਂ, ਇਹ ਸਭ ਸ੍ਰਿਸ਼ਟੀ ਵਿੱਚ ਸਾਨੂੰ ਆਪ ਹੀ ਦਿਖਾਈ ਦਿੰਦੇ ਹੋ। ਆਠ ਜਾਮ 64 ਘੜੀ तो नरख्त रहे जियो, नीचे लोइन क्यों करूं, सब घट देखूं पियो। सब घट तेरा ही दीदार हो रहा है। वालो निकी आखी है, खंडे धारों सुनिए तिखी वाला मार्ग है, जो भाई गुरदास जी कहते हैं। माइक बलों में फस के असी दुनिया वाल पूरी तरह रिझ गए हाँ, पर गुरु दे सिद्धांतां ਨੂੰ ਅਸੀਂ ਕੰਨ ਫੇਰੀ ਹੋਈ ਹੈ, ਔਖੀ ਘਾਟੀ ਹੈ। ਆਓ ਜਰਾ ਖਿਆਲ ਕਰੀਏ ਕਿ ਧਾਰਮਿਕ ਇਹ ਗੁਰਮੁਖੀ ਬਾਣਾ, ਇਹ ਧਾਰਮਿਕ ਜੀਵਨ ਇਨਸਾਨੀ ਜੀਵਨ ਤੇ ਪ੍ਰਭਾਵ ਕਿਵੇਂ ਪਾਉਂਦਾ ਹੈ। ਥੋੜੀ ਜਿਹੀ ਵਿਚਾਰ ਕਰੀਏ। ਜਗਤਿਕ ਅਖਾੜਾ ਮਨ ਦੇ ਤੇ ਇਸ ਸੰਸਾਰ ਦੀਆਂ ਖਾਹਿਸ਼ਾਂ ਦਾ ਆਪੋ ਵਿੱਚ ਹਮੇਸ਼ਾ ਘੋਲ ਹੋ ਰਿਹਾ ਹੈ। ਇਸ ਘੋਲ ਵਿੱਚੋਂ ਜਿੱਤਣ ਲਈ ਧਰਮ ਹੀ ਇੱਕ ਮਨ ਦੀ ਸਹਾਇਤਾ ਕਰਦਾ ਹੈ, ਨਹੀਂ ਤਾਂ ਦੁਨੀਆ ਦੀ ਇਸ ਘੋਲ ਵਿੱਚੋਂ ਬਾਹਰਲੇ ਸ਼ਤਰੂ ਬਹੁਤ ਬਲਵਾਨ ਹਨ, ਦੁਸ਼ਮਣ ਬਹੁਤ ਬਲਵਾਨ ਹਨ। ਹਕੀਕਤ ਧਰਮ ਇੱਕ ਐਸੀ ਚੀਜ਼ ਹੈ ਜੋ ਇਸ ਅਖਾੜੇ ਵਿੱਚੋਂ ਜਿੱਤਣ ਲਈ ਸਾਡੇ ਨਾਲ ਆ ਕੇ ਖੜਾ ਹੁੰਦਾ ਹੈ। ਇਹ ਧਰਮ ਦਾ ਸੰਬੰਧ ਮਨੁੱਖ ਦੇ ਮਨ ਨਾਲ ਹੈ। ਤੇ ਖਾਸ ਖਿਆਲ ਕਰਨਾ, ਧਾਰਮਿਕ ਚਿੰਨ੍ਹਾਂ ਦਾ ਸੰਬੰਧ ਵੀ ਮਨ ਨਾਲ ਹੀ ਹੈ। ਇਹ ਗੱਲ ਸ਼ਾਇਦ ਸਾਡੀ ਸਮਝ ਵਿੱਚ ਨਹੀਂ ਆਈ। ਅਸੀਂ ਇਹਨੂੰ ਸਿਰਫ ਸਰੀਰਕ ਤੌਰ ਤੇ ਹੀ ਲੈ ਕੇ ਬੈਠੇ ਹੋਏ ਹਾਂ। ਧਾਰਮਿਕ ਚਿੰਨ੍ਹਾਂ ਦਾ ਸੰਬੰਧ ਵੀ, ਧਾਰਮਿਕ ਪਹਿਰਾਵਾ ਜੋ ਅਸੀਂ ਕਰਦੇ ਹਾਂ, ਤਾਂ ਸੰਬੰਧ ਵੀ ਸਾਡੇ ਮਨ ਨਾਲ ਹੈ। ਧਾਰਮਿਕ ਚਿੰਨ੍ਹਾਂ ਤੋਂ ਦੀ ਅਸਲੀਅਤ ਨੂੰ ਆਪਾਂ ਅਗਰ ਸਮਝਣਾ ਹੋਵੇ ਤਾਂ ਸਭ ਤੋਂ ਪਹਿਲਾਂ ਮਨ ਦੀ ਕਿਰਿਆ ਨੂੰ, ਮਨ ਦੀ ਦੌੜ ਭੱਜ ਨੂੰ ਸਮਝਣਾ ਬੜਾ ਜ਼ਰੂਰੀ ਹੈ, ਕਿਉਂਕਿ ਇਸ ਨੂੰ ਸਮਝਣ ਤੋਂ ਬਿਨਾਂ ਸ਼ਾਇਦ ਸਾਨੂੰ ਇਹਨਾਂ ਚੀਜ਼ਾਂ ਦੀ ਮਹਾਨਤਾ ਦਾ ਪਤਾ ਨਹੀਂ ਲੱਗੇਗਾ। ਮਨ ਤੇ ਇਹ ਧਾਰਮਿਕ ਚਿੰਨ੍ਹ, ਧਾਰਮਿਕ ਪਹਿਰਾਵੇ, ਇਹਨਾਂ ਦਾ ਸੰਬੰਧ ਕੀ ਹੈ? ਮਨ ਦੀ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਸੁਚੇਤ, ਇੱਕ ਅਚੇਤ। ਦੋ ਤਰ੍ਹਾਂ ਦੀ ਕਿਰਿਆ ਸਾਡੇ ਮਨ ਦੀ ਹੈ। ਅਸੀਂ ਤੁਰਦੇ ਫਿਰਦੇ ਹਾਂ, ਖਾਂਦੇ ਹਾਂ, ਹੱਸਦੇ ਹਾਂ, ਗਾਉਂਦੇ ਹਾਂ। ਅਜਿਹੇ ਕੰਮ ਕਰਨ ਵੇਲੇ ਸਾਨੂੰ ਇਹ ਪਤਾ ਹੁੰਦਾ ਅਸੀਂ ਇਹ ਕੰਮ ਕਰ ਰਹੇ ਹਾਂ। ਇਹ ਸਾਰੇ ਕੰਮ ਮਨ ਦੀ ਸੁਚੇਤ ਅਵਸਥਾ ਦੇ ਹਨ। ਪਰ ਮਨ ਦੀ ਦੌੜ ਭੱਜ ਇੱਥੇ ਹੀ ਨਹੀਂ ਮੁੱਕ ਜਾਂਦੀ, ਇੱਥੇ ਹੀ ਖਤਮ ਨਹੀਂ ਹੁੰਦੀ। ਜਿਨ੍ਹਾਂ ਦੇ ਕਰਨ ਵੇਲੇ ਸਾਨੂੰ ਉਹਨਾਂ ਦੇ ਕੀਤੇ ਹੋਏ ਦੀ ਕੋਈ ਸੁਰਤ ਵੀ ਨਹੀਂ ਹੁੰਦੀ, ਕੁਝ ਕੰਮ ਐਸੇ ਵੀ ਹਨ, ਅਜਿਹੇ ਵੀ ਕੰਮ ਹੁੰਦੇ ਹਨ। ਇਹਨਾਂ ਦਾ ਖਿਆਲ ਕਰਨਾ ਬੜਾ ਜ਼ਰੂਰੀ ਹੈ। ਜਿਹੜੇ ਕੰਮ 'ਚ ਸਾਡਾ ਖਿਆਲ ਵੀ ਨਹੀਂ ਹੁੰਦਾ, ਸੁਤੇ ਸਿੱਧ ਸਾਡੇ ਅੰਦਰ ਹੋ ਰਹੇ ਹਨ, ਚੱਲ ਰਹੇ ਹਨ, ਮਨ ਸਾਡਾ ਉਹਨਾਂ ਵਿੱਚ ਰੁੱਝਿਆ ਹੋਇਆ ਹੈ। ਭਾਵੇਂ ਸਾਡੀ ਉਧਰ ਸੁਰਤ ਨਾ ਵੀ ਹੋਵੇ। ਉਦਾਹਰਨ ਦੇ ਤੌਰ ਤੇ ਅਸੀਂ ਇੱਕ ਕਿਤਾਬ ਪੜ੍ਹ ਰਹੇ ਹਾਂ, ਸਾਡੇ ਕੋਲ ਟੇਬਲ ਦੇ ਉੱਤੇ, ਮੇਜ਼ ਦੇ ਉੱਤੇ ਇੱਕ ਘੜੀ ਪਈ ਹੋਈ ਹੈ।
ਘੜੀ ਟਿਕ ਟਿਕ ਕਰਦੀ ਹੈ, ਪਰ ਸਾਡੇ ਪੜ੍ਹਨ ਵਾਲਿਆਂ ਦੀ ਸੁਰਤ ਪੜ੍ਹਾਈ ਵਿੱਚ ਹੈ। ਘੜੀ ਦੀ ਟਿਕ ਟਿਕ ਵੱਲ ਬਿਲਕੁਲ ਨਹੀਂ। ਪਰ ਅਚਾਨਕ ਘੜੀ ਦੀ ਕਿਤੇ ਉਹ ਟਿਕ ਟਿਕ ਬੰਦ ਹੋ ਜਾਏ ਤਾਂ ਸਾਡੀ ਸੁਰਤ ਪੜ੍ਹਾਈ ਵੱਲੋਂ ਹਟ ਕੇ ਝੱਟ ਉਧਰ ਚਲੀ ਜਾਂਦੀ ਹੈ। ਇਹ ਕੀ ਹੋਇਆ? ਇਹ ਕਿਉਂ ਹੋਇਆ? ਕਿਵੇਂ ਹੋਇਆ? ਸਿਹਤਮੰਦ ਤਾਂ ਸਾਡਾ ਪੜ੍ਹਨ ਵਿੱਚ ਲੱਗਾ ਹੋਇਆ ਸੀ, ਪਰ ਇਹ ਕਿਉਂ ਹੋ ਗਿਆ? ਘੜੀ ਦੀ ਟਿਕ ਟਿਕ ਬੰਦ ਹੋਈ। ਬੇਮਲੂਮੇ ਜੇ ਬੇਸੁਰਤੀ ਜੇ ਮਨ ਵਿੱਚ ਦੇ ਅੰਦਰ ਉਹ ਚੀਜ਼ ਘੜੀ ਦੀ ਟਿਕ ਟਿਕ ਵੀ ਮੌਜੂਦ ਸੀ। ਖਿਆਲ ਕਰਨਾ, ਜਿਹੜੀ ਗੱਲ ਸਾਡੀ ਸੁਰਤ ਵਿੱਚ ਨਹੀਂ ਸੀ, ਸਾਡੇ ਵਿਚਾਰਾਂ ਵਿੱਚ ਨਹੀਂ ਸੀ, ਲੇਕਿਨ ਸਾਡੇ ਮਨ ਅੰਦਰ ਉਹਦਾ ਪ੍ਰਭਾਵ ਵੀ ਚੱਲ ਰਿਹਾ ਸੀ। ਉਸ ਅਚੇਤ ਮਨ ਨੇ ਸਾਡੀ ਉਸ ਘੜੀ ਦੀ ਚੱਲ ਰਹੀ ਟਿਕ ਟਿਕ ਨੂੰ ਵੀ ਆਪਣੇ ਅੰਦਰ ਜਜ਼ਬ ਕੀਤਾ ਹੋਇਆ ਸੀ। ਪਰ ਅਸਲ ਵਿੱਚ ਹੁੰਦਾ ਕੀ ਹੈ? ਭਾਵੇਂ ਸਾਡੀ ਸੁਰਤ ਉਧਰ ਨਾ ਵੀ ਹੋਵੇ, ਅਸੀਂ ਕਿਤਾਬ ਪੜ੍ਹ ਰਹੇ ਹਾਂ, ਮੇਜ਼ ਤੇ ਘੜੀ ਚੱਲ ਰਹੀ ਹੈ, ਪਰ ਜਦ ਸਾਡੀ ਸੁਰਤ ਉਹ ਘੜੀ ਵਿੱਚ ਨਹੀਂ ਸੀ। ਹੁਣ ਇਹ ਕਿਉਂ ਧਿਆਨ ਟੁੱਟਿਆ? ਇਹ ਕਿਰਿਆ ਸਾਡੇ ਅਚੇਤ ਮਨ ਦੀ ਹੈ। ਇਹ ਕੰਮ ਸਾਡੇ ਅਚੇਤ ਮਨ ਦਾ ਹੈ। ਵਿਸਰੀਆਂ ਗੱਲਾਂ ਦਾ ਸੰਸਕਾਰ ਅਚੇਤ ਅਵਸਥਾ ਵਿੱਚ ਹਮੇਸ਼ਾ ਹੀ ਟਿਕਿਆ ਰਹਿੰਦਾ ਹੈ। ਖਿਆਲ ਕਰਿਓ, ਜੀਵਨ ਦੇ ਬਚਪਨ ਵਿੱਚ ਬੀਤੀਆਂ ਹੋਈਆਂ ਕਹਾਣੀਆਂ, ਘਟਨਾਵਾਂ ਕਿਉਂ ਸਾਨੂੰ ਯਾਦ ਆਉਂਦੀਆਂ ਹਨ? ਕਦੀ 60 ਸਾਲ ਪੁਰਾਣੀ, 50 ਸਾਲ ਪੁਰਾਣੀ, 70 ਸਾਲ ਪੁਰਾਣੀ, ਜਿਵੇਂ ਜਿਵੇਂ ਇਨਸਾਨ ਦੀ ਉਮਰ ਹੈ, ਉਹ ਆਪਣੇ ਜੀਵਨ ਦੇ ਇਹਨਾਂ ਸਾਲਾਂ ਨੂੰ ਦੇਖ ਕੇ ਉਹਨੂੰ ਕਈ ਕਹਾਣੀਆਂ ਬਚਪਨ ਦੀਆਂ ਸਾਹਮਣੇ ਆ ਕੇ ਖੜੀਆਂ ਹੋ ਜਾਂਦੀਆਂ। ਕੌਣ ਚੇਤੇ ਕਰ ਰਿਹਾ? ਕਿੱਥੇ ਪ੍ਰਭਾਵ ਕਬੂਲਿਆ ਗਿਆ? ਘਟਨਾਵਾਂ ਕਿਸਨੇ ਯਾਦ ਕੀਤੀਆਂ? ਉਹ ਘਟਨਾਵਾਂ ਸਾਡੇ ਅਚੇਤ ਮਨ ਨੇ ਯਾਦ ਕੀਤੀਆਂ ਹੋਈਆਂ ਨੇ। ਪੁਰਾਣੇ ਵਿਦਵਾਨਾਂ ਦਾ ਇੱਕ ਵਿਚਾਰ ਸੀ ਕਿ ਜਿਨ੍ਹਾਂ ਗੱਲਾਂ ਦਾ ਸਾਨੂੰ ਚੇਤਾ ਨਹੀਂ ਰਹਿੰਦਾ, ਉਹ ਸਾਡੇ ਅੰਦਰ ਉੱਕਾ ਹੀ ਮਿਟ ਜਾਂਦੀਆਂ ਹਨ। ਕਈ ਗੱਲਾਂ ਦੇ ਬਾਬਤ ਤਾਂ ਇਹ ਗੱਲ ਠੀਕ ਹੋ ਸਕਦੀ ਹੈ, ਪਰ ਅਸਲ ਵਿੱਚ ਇਹ ਗੱਲ ਹਰ ਥਾਂ ਤੇ ਨਹੀਂ ਟੁਕਦੀ, ਕਿਉਂਕਿ ਸਾਡੇ ਅਚੇਤ ਮਨ ਨੂੰ ਕੋਈ ਗੱਲ ਵੀ ਸਾਡੀ ਜ਼ਿੰਦਗੀ ਦੀ ਘਟਨਾ ਦੀ ਨਹੀਂ ਭੁੱਲਦੀ। ਕਿ ਸਾਡੇ ਅਚੇਤ ਮਨ ਨੂੰ ਉਹ ਘਟਨਾਵਾਂ ਨਹੀਂ ਭੁੱਲਦੀਆਂ। ਸਾਡੇ ਅੰਦਰ ਕਈ ਐਸੀਆਂ ਪਸ਼ੂ ਬਿਰਤੀਆਂ ਹਨ, ਕਈ ਐਸੇ ਜੰਗਲੀ ਸੁਭਾਅ ਹਨ ਜਿਨ੍ਹਾਂ ਉੱਤੇ ਬਦ ਇਖਲਾਕ, ਜਿਹਨੂੰ ਅਸੀਂ ਕਰੈਕਟਰਲੈਸ ਕਹਿੰਦੇ ਆ, ਉਹਨਾਂ ਵਿੱਚ ਬੈਠਿਆਂ ਭਾਵੇਂ ਕੋਈ ਉੱਤੋਂ ਅਸਰ ਨਾ ਹੁੰਦਾ ਹੋਵੇ, ਪਰ ਜਦੋਂ ਸਾਡਾ ਰੋਜ਼ਾਕਾਰ ਵਿਹਾਰ ਉਹਨਾਂ ਨਾਲ ਪੈ ਜਾਏ ਤਾਂ ਸੁਭਾਵਕ ਹੈ ਕਿ ਉਹਦਾ ਅਸਰ ਵੀ ਸਾਡਾ ਮਨ ਕਬੂਲ ਲੈਂਦਾ ਹੈ। ਕਿਉਂ? ਕਿ ਸਾਡੇ ਸੁਭਾਅ ਵਿੱਚ ਹੈ, ਸਾਡੇ ਅੰਦਰ ਚਲੀ ਗਈ। ਉਹਦਾ ਸਾਡਾ ਸੁਭਾਅ ਇਹੋ ਜਿਹਾ ਬਣ ਗਿਆ ਕਿ ਸਾਨੂੰ ਵੀ ਉਹ ਗੱਲਾਂ ਕਰਨ ਦੀ ਆਦਤ ਬਣ ਗਈ। ਮਨ ਦੀ ਸੁਰਤ ਅਵਸਥਾ ਵਿੱਚ ਉਤਰ ਕੇ ਬੇਸੁਰਤ ਅਵਸਥਾ ਵਿੱਚ ਅਚੇਤ ਮਨ ਵਿੱਚੋਂ ਗੱਲਾਂ ਚਲੀਆਂ ਗਈਆਂ। ਹੁਣ ਅਚੇਤ ਅਵਸਥਾ ਹੈ ਕਿ ਇਹ ਸਾਨੂੰ ਪਤਾ ਕਿਵੇਂ ਲੱਗੇ? ਮਨ ਦੀ ਕੋਈ ਚੇਤ ਅਵਸਥਾ ਵੀ ਹੈ? ਥੋੜਾ ਜਿਹਾ ਇਹਦੇ ਬਾਰੇ ਵੀ ਆਪਾਂ ਵਿਚਾਰ ਕਰ ਲਈਏ, ਕਿਉਂਕਿ ਇਹ ਚਿੰਨ੍ਹਾਂ ਦਾ ਸੰਬੰਧ ਸਾਡੇ ਮਨ ਤੇ ਅਚੇਤ ਮਨ ਤੇ ਚੇਤ ਮਨ ਨਾਲ ਸੰਬੰਧ ਰੱਖਦਾ ਹੈ। ਇੱਕ ਵਿਦਿਆਰਥੀ ਹੈ, ਸਟੂਡੈਂਟ ਹੈ, ਉਹਨੇ ਆਪਣਾ ਐਗਜ਼ਾਮ ਦੇਣ ਜਾਣਾ ਹੈ, ਇਮਤਿਹਾਨ ਦੇਣ ਜਾਣਾ ਹੁੰਦਾ। ਮੈਥਮੈਟਿਕਸ ਦਾ ਪਰਚਾ ਉਹਦਾ ਚੱਲ ਰਿਹਾ ਹੈ, ਹਿਸਾਬ ਦਾ ਪਰਚਾ ਚੱਲ ਰਿਹਾ ਹੈ। ਪਹਿਲਾ ਹੀ ਸਵਾਲ ਕੱਢਣ ਲੱਗਿਆ ਗਲਤ ਨਿਕਲ ਆਤਾ ਹੈ। ਹੁਣ ਜਿਉਂ-ਜਿਉਂ ਉਹ ਇਸ ਸਵਾਲ ਨੂੰ ਠੀਕ ਕਰਨ ਦਾ ਯਤਨ ਕਰਦਾ ਹੈ, ਤਿਵੇਂ-ਤਿਵੇਂ ਉਹਦਾ ਮਨ ਵਿੱਚ ਹੋਰ ਉਲਝਣਾਂ ਪਈ ਜਾਂਦੀਆਂ ਹਨ। ਸਵਾਲ ਨੂੰ ਠੀਕ ਹੱਲ ਕਰਨਾ ਉਹਦੇ ਸੁਚੇਤ ਮਨ ਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ। ਅੱਕ ਕੇ ਉਹ ਸਵਾਲ ਨੂੰ ਛੱਡ ਕੇ ਬਾਕੀ ਪਰਚਾ ਕਰਦਾ ਹੈ ਤੇ ਅਖੀਰ ਤੇ ਫਿਰ ਪਹਿਲੇ ਸਵਾਲ ਨੂੰ ਉਹਦੇ ਕਰਨ ਦੀ ਫਿਰ ਯਤਨ ਕਰਦਾ ਹੈ, ਹੱਲ ਕਰਨ ਬਾਰੇ ਸੋਚਦਾ ਹੈ ਤੇ ਕਮਾਲ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲਾ ਸਵਾਲ ਫਿਰ ਠੀਕ ਨਿਕਲ ਆਉਂਦਾ ਹੈ। ਵਿਦਿਆਰਥੀ ਨੂੰ ਉਲਝਣ ਵਿੱਚੋਂ ਕਿਹਨੇ ਕੱਢਿਆ?
क्योंकि जद उस सवाल विच फसिया होया सी, सुचेत मन सी, जदों बाकी सवाल करदा रहा तां अचेत अवस्था ने, अचेत मन ने सुचेत मन तां बाकी परचा करन विच भावें रुझा रहा, पर अचेत मन नूं मौका मिल गया, उहने सुचेत मन नूं अपना एक जीवन दा सही राह दस दिता, सवाल करन दा ढंग दस दिता, क्योंकि वो कीते हुए ठीक सवाल साडे अचेत मन विच जा चुके सन, उहने रस्ता दस दिता। आम अपने साडे जीवन दी कहानी है, घटना वापरदियां साडे रोज वापरदियां हन। सवेरे उठना होवे, सौन वेले ਅਸੀਂ ਕਈ ਵਾਰੀ ਕਹਿੰਦੇ ਆ ਵੀ ਸਾਨੂੰ 4 ਵਜੇ ਉਠਾ ਦੇਣਾ, 4 ਵਜੇ ਜਗਾ ਦੇਣਾ। ਇਹ ਆਖਣ ਵਾਲੀ ਗੱਲ ਕੌਣ ਬੰਦਾ ਕਹਿ ਰਿਹਾ? ਸਾਡਾ ਸੁਚੇਤ ਮਨ, ਕੌਨਸ਼ੀਅਸ ਮਾਈਂਡ ਇਹ ਗੱਲ ਕਰ ਰਿਹਾ। ਪਰ ਅਸੀਂ ਇਹ ਗੱਲ ਕਰਕੇ ਸੌ ਗਏ, ਪੂਰੇ 4 ਵਜੇ ਸਾਨੂੰ ਜਾਗ ਆਪਣੇ ਆਪ ਆ ਜਾਂਦੀ ਹੈ। ਤੁਸੀਂ ਆਪਣੇ ਜ਼ਮਾ ਕੇ ਦੇਖ ਲੈਣਾ, ਕਦੀ ਸੰਕਲਪ ਕਰਕੇ ਸੋਈਏ ਵੀ ਮੈਂ ਇੰਨੇ ਵਜੇ ਉੱਠਣਾ ਹੈ ਤਾਂ ਜ਼ਰੂਰ ਜਾਗ ਆਉਂਦੀ ਹੈ। ਕੋਈ ਐਸਾ ਕਾਰਨ ਨਹੀਂ। ਮੈਂ ਰੋਜ਼ ਸਵੇਰੇ ਆਪਣਾ ਅਲਾਰਮ ਭਾਵੇਂ ਲਾ ਕੇ ਸੌਂਦਾ ਹਾਂ, ਪਰ ਮੈਨੂੰ ਨਹੀਂ ਲੱਗਦਾ ਵੀ ਅਲਾਰਮ ਕਦੀ ਵੱਜਿਆ ਹੋਵੇ। 2-4 ਮਿੰਟ ਪਹਿਲਾਂ ਉੱਠ ਕੇ ਮੈਨੂੰ ਉਹ ਅਲਾਰਮ ਪਹਿਲਾਂ ਹੀ ਬੰਦ ਕਰਨਾ ਪੈਂਦਾ। ਕਾਰਨ ਕਿਉਂ? ਕਿ ਜਿੰਨੇ ਵਜੇ ਦਾ ਸੰਕਲਪ ਮੇਰੇ ਮਨ ਨੇ ਕੀਤਾ, ਉਸ ਤੋਂ ਪਹਿਲਾਂ 2-4 ਮਿੰਟ ਹੀ ਮੈਨੂੰ ਜਾਗ ਆ ਗਈ। ਇਹ ਕੀ ਕਾਰਨ ਹੈ? ਕਿਸਨੇ ਜਗਾਇਆ? ਕੌਣ ਸੀ? ਕੌਣ ਪਹਿਰੇਦਾਰ ਸੀ? ਕੌਣ ਚੌਕੀਦਾਰਾ ਕਰ ਰਿਹਾ ਸੀ? ਸਾਡਾ ਅਚੇਤ ਮਨ, ਸਬਕੌਂਸ਼ੀਅਸ ਮਾਈਂਡ, ਜਿਸ ਨੇ ਆ ਕੇ ਸਾਨੂੰ ਉਹ ਸਾਡੇ ਅੰਦਰਲੇ ਵਿਚਾਰਾਂ ਨੂੰ ਜਜ਼ਬ ਕਰ ਲਿਆ। ਕਈ ਐਸੇ ਤਜਰਬੇ ਸਾਡੇ ਜ਼ਿੰਦਗੀ ਦੇ ਹਨ ਜਿਹਨਾਂ ਤੋਂ ਸਾਨੂੰ ਇਹ ਗੱਲ ਕਲੀਅਰ ਹੋ ਜਾਏਗੀ ਕਿ ਮਨ ਦੇ 2 ਹਿੱਸੇ ਕੰਮ ਕਰਦੇ ਹਨ। ਸੌਰੀ, ਇੱਕ ਸੁਚੇਤ ਮਨ ਤੇ ਇੱਕ ਅਚੇਤ ਮਨ। ਸਾਡਾ ਰੋਜ਼ਾਨਾ ਜੀਵਨ ਵਿੱਚ ਨਿਰਾ ਸੁਚੇਤ ਮਨ ਹੀ ਨਹੀਂ ਦੌੜਦਾ ਪਾਈਦਾ, ਚੇਤ ਅਵਸਥਾ ਨਾਲ ਵੀ ਸਾਨੂੰ ਰੋਜ਼ਾਨਾ ਜੀਵਨ ਵਿੱਚ ਵਾਹ ਪੈਂਦਾ ਹੈ। ਕਿਸੇ ਗੱਲ ਤੇ ਕੋਈ ਵਿਚਾਰ ਕਰੀਏ, ਮਨ ਨੂੰ ਉਸ ਪਾਸੇ ਵੱਲ ਉਦਮ ਕਰਨ ਲਈ ਪ੍ਰੇਰਨਾ, ਮਨ ਉਸ ਪਾਸੇ ਵੱਲ ਉਦਮ ਕਰਨ ਦੀ ਪ੍ਰੇਰਨਾ ਕਰਦਾ ਹੈ। ਉਸ ਵਿਚਾਰ ਦੇ ਵਿਚਾਰਨ ਲਈ ਲੋੜੀਂਦੇ ਲਫ਼ਜ਼ਾਂ ਨੂੰ ਵਰਤਦਾ ਹੈ। ਕੌਣ ਵਰਤਦਾ ਹੈ? ਮਨ ਵਰਤਦਾ ਹੈ। ਪਰ ਇਹ ਜ਼ਰੂਰੀ ਨਹੀਂ ਕਿ ਮਨੁੱਖ ਉਹਨਾਂ ਲਫ਼ਜ਼ਾਂ ਨੂੰ ਅਜੀਬ ਖੋਲ ਕੇ ਹੀ ਵਰਤੇ। ਜ਼ਰੂਰੀ ਨਹੀਂ ਹੈ। ਆਪਾਂ ਬੱਚਿਆਂ ਵੱਲ ਦੇਖੀਏ, ਗ੍ਰਸਤੀ ਹਾਂ ਸਾਰੇ, ਛੋਟੇ ਜਿਹੇ ਬਾਲ ਨੂੰ ਆਪਾਂ ਦੇਖਦੇ ਹਾਂ, ਬੱਚਿਆਂ ਨੂੰ ਦੇਖਦੇ ਹਾਂ, ਨਵੀਆਂ ਨਵੀਆਂ ਗੱਲਾਂ ਕਰਨੀਆਂ ਅੱਜ ਸਿੱਖਿਆ ਹੈ। ਬਾਲ ਲਫ਼ਜ਼ਾਂ ਦਾ ਇਸਤੇਮਾਲ ਨਹੀਂ ਕਰਦਾ, ਲਫ਼ਜ਼ ਨੂੰ ਪੂਰੇ ਬੋਲਣੇ ਵੀ ਨਹੀਂ ਆਉਂਦੇ ਜਿਵੇਂ ਇੱਕ ਵੱਡਾ ਮਨੁੱਖ ਕਰ ਲੈਂਦਾ ਹੈ। ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਪਰ ਬੱਚਾ ਜੋ ਚੀਜ਼ਾਂ ਨੂੰ ਘੜੀ ਮੁੜੀ ਵੇਖਦਾ ਹੈ, ਬਾਰ-ਬਾਰ ਦੇਖਦਾ ਹੈ, ਉਹਨਾਂ ਦੀ ਸ਼ਕਲ ਉਹਦੇ ਮਨ ਵਿੱਚ ਆ ਕੇ ਟਿਕ ਜਾਂਦੀ ਹੈ। ਅਸੀਂ ਉਹਦਾ ਨਾਮ ਲੈਂਦੇ ਹਾਂ, ਬੋਲ, ਇਹ ਗੱਡੀ, ਇਹ ਫਲਾਣਾ। ਬੱਚੇ ਨੂੰ ਉਸ ਸ਼ਕਲ ਦਾ ਅਹਿਸਾਸ ਹੋ ਕੇ ਉਹਦੇ ਮਨ ਵਿੱਚ ਜਾ ਕੇ ਟਿਕ ਜਾਂਦਾ ਹੈ। ਉਹ ਸ਼ਕਲ ਬੱਚੇ ਦੇ ਮਨ ਵਿੱਚ ਘਰ ਕਰ ਜਾਂਦੀ ਹੈ। ਸ਼ਾਮ ਨੂੰ ਅਸੀਂ ਰਾਤ ਨੂੰ ਇੱਕ ਚੰਦਰਮਾ ਦਿਖਾਈਏ ਬੱਚੇ ਨੂੰ ਤੇ ਆਖੀਏ ਉਹ ਚੰਦਰਮਾ ਹੈ, ਤੇ ਹੁਣ ਜਦੋਂ ਅਸੀਂ ਉਹਨੂੰ ਆਖੀਏ ਕਾਕਾ ਚੰਦਰਮਾ ਕਿੱਥੇ ਹੈ, ਤੇ ਉੱਪਰ ਨੂੰ ਮੂੰਹ ਕਰਕੇ ਵੇਖੇਗਾ। ਬੱਚਾ ਛੋਟਾ ਜਿਹਾ, ਉਹ ਵੀ ਉੱਪਰ ਨੂੰ ਮੂੰਹ ਕਰਕੇ ਦੇਖਦਾ ਹੈ। ਕਿਉਂ? ਕਿ ਉਹਨੂੰ ਚੰਦਰਮਾ ਬਾਰੇ ਕੋਈ ਜਾਣਕਾਰੀ ਹੈ, ਉਹਨੂੰ ਚੰਦਰਮਾ ਬਾਰੇ ਕੋਈ ਗਿਆਨ ਹੈ? ਨਹੀਂ। ਪਰ ਸਾਡੇ ਕਹੇ ਹੋਈ ਚੀਜ਼ ਨੂੰ ਉਹਦੇ ਛੋਟੇ ਜਿਹੇ ਅਚੇਤ ਮਨ ਨੇ ਆਪਣੇ ਅੰਦਰ ਜਜ਼ਬ ਕਰ ਲਿਆ। ਜਿੱਥੋਂ ਉਸ ਬੱਚੇ ਨੂੰ ਉਸ ਗੱਲ ਦਾ ਪਤਾ ਲੱਗ ਗਿਆ ਵੀ ਹਾਲਾਂ ਉਹਨੂੰ ਚੰਦਰਮਾ ਦਾ ਅਰਥ ਕੀ ਹੈ ਕੁਛ ਨਹੀਂ ਪਤਾ, ਬਸ ਇੱਕੋ ਗੱਲ ਸੀ ਕਿ ਸਾਡੀ ਸੁਣੀ ਹੋਈ ਗੱਲ ਉਹਦੇ ਅੰਦਰ ਜਾ ਕੇ ਟਿਕ ਗਈ। ਪਰ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਬੇਸੁਤੇ ਹੀ ਬੇਮਲੂਮੇ ਹੀ ਕੀਤੀਆਂ ਹੋਈਆਂ ਗੱਲਾਂ ਜਿਹੜੀਆਂ ਹਨ ਉਹਨਾਂ ਬਾਰੇ ਉਹਦੇ ਖਿਆਲ ਬਣਨੇ ਸ਼ੁਰੂ ਹੋ ਜਾਂਦੇ ਹਨ। ਜਿੱਥੇ ਪਹਿਲਾਂ ਚੰਦਰਮਾ ਲਫ਼ਜ਼ ਵਰਤਿਆ ਜਾਂਦਾ ਸੀ, ਉਹ ਚੰਦਰਮਾ ਉਹ ਵੇਖਣ ਲੱਗ ਪੈਂਦਾ ਸੀ, ਹੁਣ ਉਹਦਾ ਅਰਥ ਵੀ ਆਪਣੇ ਆਪ ਸਮਝਣ ਲੱਗ ਪੈਂਦਾ, ਆਪਣੇ ਆਪ ਹੀ ਸਮਝ ਆ ਜਾਂਦਾ ਹੈ। ਇਹ ਇੱਕ ਕਹਾਣੀ ਹੈ ਸਾਡੇ ਜੀਵਨ ਦੀ, ਜਿਹੜੀ ਇਸ ਤਰ੍ਹਾਂ ਜਿਹੜੀ ਹੈ ਉਹ ਚੱਲਦੀ ਹੈ ਸੰਸਾਰ ਵਿੱਚ। ਬਿਲਕੁਲ ਇਹ ਜੀਵਨ ਦੀ ਖੇਡ ਇਸੇ ਤਰ੍ਹਾਂ ਤੁਰੀ ਆਉਂਦੀ ਹੈ। ਹੁਣ ਧਾਰਮਿਕ ਚਿੰਨ੍ਹ ਕੀ ਹਨ?
ਕੀ ਸੰਬੰਧ ਹੈ। ਚਿੰਨ੍ਹ ਹੈ ਕੀ ਚੀਜ਼, ਪਹਿਲੀ ਗੱਲ ਆਪਾਂ ਇਹ ਸਮਝੀਏ। ਜਦੋਂ ਇੱਕੋ ਕਿਸਮ ਦੇ ਚੀਜ਼ ਦੀ ਸ਼ਕਲ ਬਹੁਤੇ ਮਨੁੱਖਾਂ ਦੇ ਮਨ ਵਿੱਚ ਇੱਕੋ ਕਿਸਮ ਦਾ ਖਿਆਲ ਪੈਦਾ ਕਰੇ, ਫਿਰ ਦੁਬਾਰਾ ਦੁਹਰਾ ਰਿਹਾ, ਜਦੋਂ ਇੱਕੋ ਕਿਸਮ ਦੀ ਚੀਜ਼ ਦੀ ਸ਼ਕਲ ਭਾਵ ਉਹਦਾ ਜੋ ਆਕਾਰ ਹੈ ਬਹੁਤੇ ਮਨੁੱਖਾਂ ਦੇ ਮਨ ਵਿੱਚ ਇੱਕੋ ਜਿਹੇ ਖਿਆਲ ਪੈਦਾ ਕਰੇ, ਉਹ ਸ਼ਕਲ ਉਹਨਾਂ ਮਨੁੱਖਾਂ ਵਾਸਤੇ ਇੱਕ ਕਿਸਮ ਦਾ ਚਿੰਨ੍ਹ ਬਣ ਜਾਂਦਾ ਹੈ। ਜਿਵੇਂ ਦਸਤਾਰ ਜੋ ਅਸੀਂ ਸਜਾਉਂਦੇ ਹਾਂ, ਦਸਤਾਰ, ਹੁਣ ਜਦੋਂ ਇਹ ਖਿਆਲ ਸਾਡੇ ਇੱਕ ਸ਼ਕਲ ਕੀ ਦਸਤਾਰ ਦੀ, ਜਦੋਂ ਤੁਸੀਂ ਕਿਤੇ ਵੀ ਦਸਤਾਰ ਬੋਲਾਂਗੇ ਦੀ ਸ਼ਕਲ ਸਾਡੇ ਅੱਖਾਂ ਦੇ ਅੱਗੇ ਘੁੰਮ ਜਾਏਗੀ। ਬਸ ਇਹ ਹੈ ਚਿੰਨ੍ਹ, ਲੇਕਿਨ ਦਸਤਾਰ ਇਹਦੇ ਸ਼ਕਲ ਸਾਡੇ ਅੱਗੇ ਘੁੰਮਣੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਹੁਣ ਧਾਰਮਿਕ ਚਿੰਨ੍ਹ ਕੀ ਹੁੰਦੇ ਨੇ? ਜਦੋਂ ਕਿਸੇ ਖਾਸ ਧਰਮ ਤੇ ਸ਼ਰਧਾ ਰੱਖਣ ਵਾਲੇ ਮਨੁੱਖਾਂ ਵਾਸਤੇ ਉਸ ਧਰਮ ਨਾਲ ਸੰਬੰਧ ਰੱਖਣ ਵਾਲੀ ਕੋਈ ਖਾਸ ਚੀਜ਼ ਉਹਨਾਂ ਸਾਰਿਆਂ ਦੇ ਅੰਦਰ ਇੱਕ ਹੀ ਕਿਸਮ ਦਾ ਵਿਚਾਰ ਪੈਦਾ ਕਰੇ, ਉਸ ਚੀਜ਼ ਦੀ ਸ਼ਕਲ ਉਹਨਾਂ ਬੰਦਿਆਂ ਵਾਸਤੇ ਫਿਰ ਉਹ ਧਾਰਮਿਕ ਚਿੰਨ੍ਹ ਬਣ ਜਾਂਦਾ ਹੈ। ਜਿਵੇਂ ਮੈਂ ਦਸਤਾਰ ਦੀ ਗੱਲ ਹੀ ਕੀਤੀ ਹੈ, ਕਿਰਪਾਨ ਦੀ ਗੱਲ ਕਰ ਲਓ, ਤੁਸੀਂ ਕਛਹਿਰੇ ਦੀ ਗੱਲ ਕਰ ਲਓ, ਖਿਆਲ ਇੱਕੋ ਹੀ ਪੈਦਾ ਹੁੰਦਾ ਅੰਦਰ। ਜਦੋਂ ਅਸੀਂ ਭਾਵੇਂ ਕੋਈ ਇਹਨੂੰ ਧਾਰਨ ਕਰਦਾ ਹੈ ਜਾਂ ਨਹੀਂ ਕਰਦਾ, ਲੇਕਿਨ ਜਦੋਂ ਦਸਤਾਰ ਦੀ ਗੱਲ ਕਰਾਂਗੇ ਉਹ ਇੱਕੋ ਖਿਆਲ ਸਾਡੇ ਸਾਹਮਣੇ ਅੰਦਰ ਪੈਦਾ ਹੋਏਗਾ। ਹੁਣ ਇਹ ਅਸਰ ਕਿਵੇਂ ਪਾਉਂਦੇ ਨੇ ਚਿੰਨ੍ਹ ਜਿਹੜੇ ਹਨ ਇਨਸਾਨ ਦੇ ਜੀਵਨ ਤੇ ਅਸਰ ਕਿਵੇਂ ਪਾਉਂਦੇ ਹਨ, ਕੀ ਅਸਰ ਪਾਉਂਦੇ ਹਨ? ਇਹ ਚਿੰਨ੍ਹ ਸੁਤੇ ਸਿੱਧ ਹੀ ਆਪਣੇ ਆਪ ਹੀ ਸਾਡੇ ਅੰਦਰ ਬਹੁਤ ਡੂੰਘਾ ਪ੍ਰਭਾਵ ਜਿਹੜਾ ਉਹ ਪਾ ਕੇ ਰੱਖਦੇ ਹਨ। ਖਿਆਲ ਕਰਨਾ, ਜਿਸ ਧਾਰਮਿਕ ਪਹਿਰਾਵੇ ਦੀ ਗੁਰਮੁਖੀ ਬਾਣੀ ਦੀ ਅਸੀਂ ਗੱਲ ਕੀਤੀ ਹੈ, ਹਾਲਾਂਕਿ ਉਹ ਦੇਖਣ ਨੂੰ ਇੱਕ ਚਿੰਨ੍ਹ ਜਿਹਾ ਜਾਪਦਾ ਹੈ, ਸੁਣਨ ਨੂੰ ਵੀ ਚਿੰਨ੍ਹ ਜਿਹੇ ਜਾਪਦੇ ਹਨ, ਸਾਡਾ ਸਰੂਪ, ਸਾਡੀ ਬਣਤਰ ਦੇਖਣ ਨੂੰ ਇੱਕੋ ਬੜੀ ਆਮ ਜਿਹੀ ਗੱਲ ਜਾਪਦੀ ਹੈ, ਪਰ ਇਹ ਮਨੁੱਖੀ ਸਾਡੇ ਜੀਵਨ ਤੇ ਅਸਰ ਕੀ ਪਾਉਂਦੇ ਹਨ, ਥੋੜਾ ਜਿਹਾ ਖਿਆਲ ਕਰਕੇ ਦੇਖੀਏ। ਸੋ ਇਹ ਚਿੰਨ੍ਹ ਬੇਮਲੂਮੇ ਜੇ ਆਪਣਾ ਅਸਰ ਬੇਮਲੂਮੇ ਦਾ ਵੀ ਪਤਾ ਵੀ ਨਹੀਂ ਲੱਗਣ ਦਿੰਦੇ, ਧੁਰ ਮਨ ਦੇ ਉੱਤੇ ਪਾ ਕੇ ਰੱਖਦੇ ਹਨ। ਮਾਸਟਰ ਤਾਰਾ ਸਿੰਘ ਜੀ ਦੇ ਇੱਕ ਬੋਲ ਹਨ, ਕਕਾਰ ਗੁਰੂ ਤੇ ਸਿੱਖ ਦੇ ਪਿਆਰ ਦੀ ਨਿਸ਼ਾਨੀ ਹੈ। ਕਕਾਰਾਂ ਨੂੰ ਦੇਖ ਕੇ ਮੈਨੂੰ ਆਪਣਾ ਗੁਰੂ ਯਾਦ ਆਉਂਦਾ ਹੈ। ਇਹ ਕਕਾਰ ਮੈਨੂੰ ਉਹ ਕੰਮ ਕਰਨ ਲਈ ਪ੍ਰੇਰਨਾ ਕਰਦੇ ਹਨ ਜਿਹੜੇ ਮੇਰੇ ਗੁਰੂ ਨੇ ਮੈਨੂੰ ਕਰਨ ਲਈ ਕਹੇ ਹਨ, ਤੇ ਉਹ ਕੰਮ ਕਰਨ ਤੋਂ ਰੋਕਦੇ ਹਨ ਜਿਹੜੇ ਮੇਰੇ ਗੁਰੂ ਨੇ ਕਰਨ ਤੋਂ ਮਨਾ ਕੀਤਾ ਹੈ। ਇਹ ਮਾਸਟਰ ਤਾਰਾ ਸਿੰਘ ਜੀ ਦੇ ਬੋਲ ਹਨ, ਜਿਹੜੇ ਉਹਨਾਂ ਨੇ ਸਾਨੂੰ ਆਪਣੇ ਗੁਰੂ ਤੇ ਸਿੱਖ ਦੇ ਰਿਸ਼ਤੇ ਵਿੱਚੋਂ ਮੁਹੱਬਤ ਵੱਲੋਂ ਦੱਸੇ ਹਨ। ਕਕਾਰ ਗੁਰੂ ਤੇ ਸਿੱਖ ਦੇ ਪਿਆਰ ਦੀ ਨਿਸ਼ਾਨੀ ਹਨ। ਇਹ ਅਸਲ ਵਿੱਚ ਇਹ ਬੇਮਲੂਮਾ ਜਿਹਾ ਆਪਣੇ ਆਪ ਹੀ ਮਨ ਦੇ ਅਸਰ ਪਾ ਕੇ ਰੱਖਦੇ ਹਨ। ਇੱਕ ਗੱਲ ਆਮ ਵਰਤੋਂ 'ਚ ਵੇਖੀ ਜਾਂਦੀ ਹੈ, ਰੋਜ਼ਾਨਾ ਲਾਈਫ ਦੇ ਵਿੱਚ, ਰੋਜ਼ਾਨਾ ਜ਼ਿੰਦਗੀ ਵਿੱਚ ਇੱਕ ਆਮ ਅਸੀਂ ਗੱਲ ਦੇਖਦੇ ਹਾਂ, ਜੋਸ਼ੀਲੇ ਸ਼ਬਦਾਂ ਦੇ ਲਫ਼ਜ਼ਾਂ ਦੇ ਥਾਂ ਤੇ ਜਿਨ੍ਹਾਂ ਨੂੰ ਬੋਲੀ ਵਿੱਚ ਵਰਤਿਆ ਜ਼ਿਆਦਾ ਅਸਰ ਪੈਂਦਾ ਹੈ। ਲਫ਼ਜ਼ਾਂ ਦੀ ਥਾਂ ਤੇ ਇਹਨਾਂ ਚਿੰਨ੍ਹਾਂ ਦੀ ਵਰਤੋਂ ਨਾਲ ਜ਼ਿਆਦਾ ਲਫ਼ਜ਼ ਪੈਂਦਾ ਹੈ। ਉਦਾਹਰਨ ਦੇ ਤੌਰ ਤੇ ਸਿੱਖ ਇਤਿਹਾਸ ਨੂੰ ਦੇਖੀਏ। ਅਕਾਲੀ ਲਹਿਰ ਵੇਲੇ ਗੁਰੂ ਕਾ ਬਾਗ ਦਾ ਮੋਰਚਾ ਲੱਗਾ। SGPC ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰੂ ਕੇ ਬਾਗ ਨੂੰ 25-25 ਗਿਣਤੀ ਦਾ ਸਿੰਘਾਂ ਦਾ ਜੱਥਾ ਜਾਣਾ ਸੀ, ਉਹ ਸ਼ੁਰੂ ਹੋ ਗਿਆ, ਜਿਹਨੂੰ ਅਕਾਲੀ ਕਹਿੰਦੇ ਸਨ। ਰਾਹ ਦੀ ਸੜਕ ਉੱਤੇ ਇਹਨਾਂ ਜੱਥਿਆਂ ਦੀ ਮਾਰ ਕੁਟਾਈ ਕੀਤੀ ਜਾਂਦੀ। ਇਹਨਾਂ ਦਿਨਾਂ ਵਿੱਚ, ਸਿਰਫ ਮੈਂ ਉਦਾਹਰਨ ਦੀ ਗੱਲ ਕਰ ਰਿਹਾ, ਇਹਨਾਂ ਦਿਨਾਂ ਵਿੱਚ ਇੱਕ ਬਾਜ ਜੱਥੇ ਤੋਂ ਤੁਰਨ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਅੱਪੜ ਜਾਂਦਾ ਸੀ। ਜਦੋਂ 1984 ਦਾ
ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਦੋਂ ਵੀ ਇਹ ਗੱਲਾਂ ਇਹ ਚੱਲਦੀਆਂ ਸਨ। ਬਾਜ ਆਇਆ, ਅਸੀਂ ਆਪ ਵੀ ਇਹ ਗੱਲਾਂ ਸੁਣਦੇ ਰਹੇ ਹਾਂ। ਅਸੀਂ ਆਪਣੇ ਉਸ ਵੇਲੇ ਪੂਰੀ ਜਵਾਨੀ ਵਿੱਚ ਸਾਂ ਵੀ ਫਲਾਣੇ ਗੁਰਦੁਆਰੇ ਆ। ਇਹ ਇੱਕ ਢੰਗ ਹੁੰਦਾ ਕਿਵੇਂ ਕੌਮ ਨੂੰ ਹੋਰ ਜਾਗਰਤ ਅੱਗੇ ਨੂੰ ਤੋਰਨਾ ਹੈ। ਇੱਕ ਬਾਜ ਜਥੇ ਦੇ ਤੁਰਨ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆ ਕੇ ਪਹੁੰਚ ਜਾਂਦਾ ਸੀ। ਤੇ ਜਦੋਂ ਜਥੇ ਨੂੰ ਮਾਰ ਕਟਾਈ ਹੁੰਦੀ, ਕਹਿੰਦੇ ਨੇ ਇਤਿਹਾਸਕ ਗੱਲਾਂ ਕਹਿੰਦੀਆਂ ਨੇ ਵੀ ਬਾਜ ਉਹਨਾਂ ਦੇ ਸਿਰ ਤੇ ਇਸ ਤਰ੍ਹਾਂ ਉੱਡਦਾ ਰਹਿੰਦਾ ਸੀ। ਮਾਰ ਖਾਣ ਵਾਲੇ ਜਥੇਦਾਰ ਦਾ ਲੈਕਚਰ, ਮਾਰ ਖਾਣ ਵਾਲੇ ਜਥੇ ਦਾ ਜਥੇਦਾਰ ਜਥੇ ਨੂੰ ਕੋਈ ਜਦੋਂ ਲੈਕਚਰ ਕਰਨ ਦੀ ਥਾਂ ਤੇ ਧਿਆਨ ਉਸ ਬਾਜ ਵੱਲ ਦਿਵਾਉਂਦਾ, ਖਾਲਸਾ ਜੀ ਕਲਗੀਧਰ ਦਾ ਬਾਜ ਤੁਹਾਡੇ ਹੌਸਲਾ ਵੇਖਣ ਲਈ ਤੁਹਾਡੇ ਸਿਰ ਤੇ ਖੜਾ ਹੈ। ਦੇਖੋ ਹੁਣ ਇੱਥੇ ਲਫ਼ਜ਼ਾਂ ਦੀ ਵਰਤੋਂ ਨਹੀਂ ਹੋਈ, ਚਿੰਨ੍ਹਾਂ ਦੀ ਵਰਤੋਂ ਹੋਈ ਹੈ। ਖਿਆਲ ਕਰਨਾ, ਖਾਲਸਾ ਜੀ ਜਥੇਦਾਰ ਨੇ ਲਫ਼ਜ਼ ਕੀ ਵਰਤਨੇ, ਉਹ ਕਲਗੀਧਰ ਦਾ ਬਾਜ ਤੁਹਾਡੇ ਹੌਸਲਾ ਵੇਖਣ ਲਈ ਤੁਹਾਡੇ ਸਿਰਾਂ ਦੇ ਉੱਤੇ ਖੇਡ ਰਿਹਾ ਹੈ, ਉੱਡ ਰਿਹਾ ਹੈ। ਵੇਖਣਾ ਖਾਲਸਾਈ ਸ਼ਾਨ ਨੂੰ ਕਿਤੇ ਕਲੰਕ ਨਾ ਲੱਗ ਜਾਏ। ਇਸ ਬਾਣੇ ਦੀ ਲਾਜ ਤੁਸੀਂ ਰੱਖਣੀ ਹੈ, ਇਸ ਬਾਜ ਦੀ ਲਾਜ ਤੁਸੀਂ ਰੱਖਣੀ ਹੈ। ਇਹੋ ਜਿਹੇ ਲਫ਼ਜ਼ ਜਿਹੜੇ ਸੀ ਵਰਤੇ ਜਾਂਦੇ ਸਨ ਤਾਂ ਕਿ ਅੰਦਰ ਉਤਸ਼ਾਹ ਪੈਦਾ ਹੋ ਜਾਏ। ਇਹਨੇ ਲਫ਼ਜ਼ਾਂ ਦਾ ਸਿਰਾਂ ਜਿਹੜੇ ਜਥੇ ਦੇ ਇਨਸਾਨ ਸ਼ਾਮਲ ਹੋਏ ਸਨ ਉਹ ਕੁਰਬਾਨ ਹੋਣ ਲਈ ਤਿਆਰ ਹੋ ਜਾਂਦੇ। ਇਤਿਹਾਸ ਕਹਿੰਦਾ ਕਿ ਸਿੱਖ ਪੂਰੀ ਤੌਰ ਤੇ ਸ਼ਾਂਤਮਈ ਰਹਿੰਦੇ ਹੋਏ ਆਪਣੇ ਹੌਸਲੇ ਨਾਲ ਸਰੀਰਾਂ ਦੇ ਉੱਤੇ ਆਪਣੀਆਂ ਡਾਂਗਾਂ ਦੀ ਮਾਰ ਜਿਹੜੀ ਹੈ ਉਹ ਸਹਿੰਦੇ ਰਹੇ, ਜਿਹਨੂੰ ਬੀਟੀ ਦੀਆਂ ਡਾਂਗਾਂ ਕਰਕੇ ਅੱਜ ਵੀ ਮਸ਼ਹੂਰ ਹੈ। ਹੁਣ ਇਹਦਾ ਕਾਰਨ ਕੀ ਹੈ? ਆਪਣੇ ਪਿਆਰੇ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਵੀ ਪਿਆਰੀਆਂ ਲੱਗਦੀਆਂ ਹਨ, ਪਿਆਰੀਆਂ ਲੱਗਣ ਲੱਗ ਪੈਂਦੀਆਂ ਹਨ, ਪਿਆਰੀਆਂ ਲੱਗਣ ਲੱਗ ਪੈਂਦੀਆਂ ਹਨ, ਲੱਗਦੀਆਂ ਨਹੀਂ, ਲੱਗਣ ਲੱਗ ਪੈਂਦੀਆਂ ਹਨ। ਅਤ ਪਿਆਰੇ ਨਾਲ, ਬਹੁਤ ਪਿਆਰੇ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਵੀ ਪਿਆਰੀਆਂ ਲੱਗਣ ਲੱਗ ਪੈਂਦੀਆਂ ਹਨ। ਇਹ ਗੱਲ ਬੜੀ ਜ਼ਰੂਰੀ ਹੈ। ਜੇ ਗੁਰੂ ਨਾਲ ਪਿਆਰ ਹੈ, ਜੇ ਅਸੀਂ ਗੁਰੂ ਦੇ ਸਿੱਖ ਹੋਣੇ ਆ, ਜੇ ਅਸੀਂ ਗੁਰੂ ਦੀ ਗੱਲ ਕਰਦੇ ਆ ਤਾਂ ਗੁਰੂ ਦੀ ਗੱਲਾਂ ਦੀ ਕਰਦੇ ਤਾਂ ਫਿਰ ਸਾਨੂੰ ਗੁਰੂ ਦੀ ਹਰ ਚੀਜ਼ ਪਿਆਰੀ ਲੱਗਣੀ ਚਾਹੀਦੀ ਹੈ। ਗੁਰੂ ਦੀ ਦੱਸੀ ਹੋਈ ਰਹਿਤ ਵੀ ਪਿਆਰੀ ਲੱਗਣੀ ਚਾਹੀਦੀ ਹੈ। ਗੁਰੂ ਦਾ ਦਿੱਤਾ ਹੋਇਆ ਬਾਣਾ ਵੀ ਪਿਆਰਾ ਲੱਗਣਾ ਚਾਹੀਦਾ ਹੈ। ਗੁਰੂ ਦਾ ਦਿੱਤਾ ਹੋਇਆ ਸਰੂਪ ਵੀ ਪਿਆਰਾ ਲੱਗਣਾ ਚਾਹੀਦਾ ਹੈ। ਗੁਰੂ ਦੀ ਦੱਸੀ ਹੋਈ ਰਹਿਤ ਵੀ ਪਿਆਰੀ ਲੱਗਣੀ ਚਾਹੀਦੀ ਹੈ। ਕਿਉਂਕਿ ਜਿਸ ਪਿਆਰੇ ਸੋਨੇ ਤਿਸ ਆਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨਾ। ਮੁਹੱਬਤ ਹੀ ਉਹਨੂੰ ਕਹਿੰਦੇ ਨੇ ਵੀ ਜਿਸ ਨਾਲ ਮੁਹੱਬਤ ਆ ਤੋਂ ਕੁਰਬਾਨ ਕਿਵੇਂ ਹੋਣਾ ਹੈ। ਮੁਹੱਬਤ ਉਹਨੂੰ ਕਿਹਾ ਜਾਂਦਾ ਹੈ, ਮੁਹੱਬਤ ਉਹਦਾ ਨਾਮ ਹੈ। ਥੋੜਾ ਜਿਹਾ ਸਿੱਖ ਇਤਿਹਾਸ ਨੂੰ ਵੇਖ ਲਈਏ। ਸਤਿਗੁਰੂ ਜੀ ਦੇ ਆਉਣ ਤੋਂ ਪਹਿਲਾਂ ਇਸ ਭਾਰਤ ਵਿੱਚ ਕਰੋੜਾਂ ਬੰਦੇ ਉੱਚੀ ਜਾਤ ਵਾਲਿਆਂ ਦੇ ਪੈਰਾਂ ਹੇਠ ਰੁਲਦੇ ਸਨ, ਜਿਨ੍ਹਾਂ ਨੂੰ ਸ਼ੂਦਰ ਕਰਕੇ, ਨੀਚ ਕਹਿ ਕੇ ਦੁਰਕਾਰਿਆ ਜਾ ਰਿਹਾ ਸੀ। ਅਨਾਥ ਇਹਨਾਂ ਜ਼ਰਵਾਣੇ ਲੋਕਾਂ ਦੇ ਪੈਰਾਂ ਹੇਠ ਰਤਾੜੇ ਜਾ ਰਹੇ ਸਨ। ਪ੍ਰੀਤਮ ਸਤਿਗੁਰੂ ਜੀ ਨੇ ਇਹਨਾਂ ਬੰਦਿਆਂ ਨੂੰ ਐਸੀ ਦੁਰਗਤੀ ਤੋਂ ਬਚਾਇਆ ਜਿਨ੍ਹਾਂ ਨੂੰ ਮਨੁੱਖ ਨਹੀਂ ਸੀ ਗਿਣਿਆ ਜਾਂਦਾ। ਅੱਜ ਵੀ ਉਹ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਦਾ ਇੱਕ ਅੰਮ੍ਰਿਤ ਦਾ ਦਾਤ ਲੈ ਕੇ ਗਰਦਨ ਉੱਚੀ ਚੁੱਕ ਕੇ ਤੁਰਨ ਵਾਲੇ ਬਣ ਗਏ, ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਸਨ ਕਰਦੇ, ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿ ਕੇ ਭੰਡਦੇ ਸਨ, ਉਹ ਇੱਕ ਥਾਲੀ ਵਿੱਚ ਛਕਣ ਵਾਲੇ ਹੋ ਗਏ, ਇੱਕ ਬਾਟੇ ਵਿੱਚ ਅੰਮ੍ਰਿਤ ਪਾਨ ਕਰਨ ਵਾਲੇ ਹੋ ਗਏ। ਕਿਉਂ? ਜਰਾ ਖਿਆਲ ਕਰਿਓ। ਅੱਜ ਵੀ ਜਦੋਂ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਦੇ ਆਪਾਂ ਨਾਮ ਲੈਂਦੇ ਆ, ਸਤਿਗੁਰੂ ਜੀ ਦੀ ਕਲਗੀ ਦਾ ਜ਼ਿਕਰ ਕਰਦੇ ਆ, ਉਹਨਾਂ ਦੇ ਬਾਜ਼ ਦਾ ਜ਼ਿਕਰ ਕਰਦੇ ਹਾਂ, ਤਾਂ ਅੰਦਰ ਸਾਡੇ ਪਿਆਰ ਦੀ ਚਨਾੜ ਜੀ ਛਿੜਕਦੀ ਹੈ। ਸਤਿਗੁਰੂ ਦੀ ਕਲਗੀ ਜਦੋਂ ਇਹ ਗੱਲ ਕਹਿੰਦੇ ਹੀ ਅੰਦਰ ਇੱਕ ਉਤਸ਼ਾਹ ਜਿਹਾ ਪੈਦਾ ਜਾ ਹੁੰਦਾ। ਸਤਿਗੁਰੂ ਦਾ ਬਾਜ਼, ਗੁਰੂ ਦੀ ਕਲਗੀ, ਗੁਰੂ ਦਾ ਬਾਜ਼, ਇਹ ਬਾਜ਼ ਤੇ ਕਲਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਪਕਾਰ ਤੇ ਮਿਹਰ ਦਾ ਇੱਕ ਪਿਆਰਾ ਜਿਹਾ ਚਿੰਨ੍ਹ ਸਾਡੇ ਲਈ ਬਣ ਗਿਆ, ਜਿਹਨੂੰ ਅਸੀਂ ਬਾਜਾਂ ਵਾਲੇ ਸਤਿਗੁਰੂ, ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਸੀ ਆਖਦੇ ਹਾਂ।
ਬਾਜਾਂ ਵਾਲੇ, ਕਲਗੀਆਂ ਵਾਲੇ ਕਿਉਂ ਕਹਿੰਦੇ ਆ? ਕਿਉਂਕਿ ਪਿਆਰ ਤੇ ਸਤਿਕਾਰ ਦਾ ਚਿੰਨ੍ਹ ਜਿਹੜਾ ਹੈ ਇਹ ਸਾਡੇ ਲਈ ਬਣ ਗਿਆ ਹੈ। ਦੂਜੇ ਧਰਮ ਦੀ ਥੋੜੀ ਜਿਹੀ ਗੱਲ ਕਰ ਲਈਏ। ਹਜ਼ਰਤ ਈਸਾ ਨੇ ਆਪਣਾ ਆਪ ਕੁਰਬਾਨ ਕੀਤਾ, ਸਲੀਬ ਉੱਤੇ ਚੜਿਆ। ਅੱਜ ਉਹ ਸਲੀਬ ਉਹਨਾਂ ਦੇ ਹਰ ਨਾਮਲੇਵਾ ਦੇ ਗਲ ਵਿੱਚ ਨੱਕ ਟਾਈ, ਜਿਹਨੂੰ ਅਸੀਂ ਟਾਈ ਕਹਿ ਦਿੰਦੇ ਹਾਂ, ਨੈਕ ਟਾਈ, ਇਹਦਾ ਰੂਪ ਧਾਰਨ ਕਰਕੇ ਉਸ ਪਿਆਰੇ ਦਾ, ਆਪਣੇ ਉਸ ਮਾਲਕ ਦਾ, ਉਹਨਾਂ ਦੇ ਧਰਮ ਦੇ ਮੁਤਾਬਕ ਉਹਨਾਂ ਦਾ ਚਿੰਨ੍ਹ ਅੱਜ ਬਣ ਕੇ ਰਹਿ ਗਈ ਹੈ। ਗਲਾਂ ਵਿੱਚ ਕ੍ਰਾਸ ਲਟਕੇ ਹੋਏ ਹਨ। ਉਹ ਟਾਈ ਦਾ ਸ਼ਿੰਗਾਰ ਉਹਨਾਂ ਦੇ ਗਲੇ ਦਾ ਬਣਿਆ ਹੋਇਆ, ਉਹਦੀ ਯਾਦ ਵਿੱਚ ਉਹ ਟਾਈ ਦੀ ਗੰਢ ਉਸੇ ਤਰ੍ਹਾਂ ਮਾਰ ਦਿੱਤੀ ਜਾਂਦੀ ਹੈ। ਕਿਉਂ? ਕਿਉਂਕਿ ਉਹ ਉਹਨਾਂ ਨੂੰ ਉਹਦੀ ਯਾਦ ਦਿਵਾਉਂਦੀ ਹੈ। ਸਾਡੇ ਧਰਮ ਵਿੱਚ ਭਾਵੇਂ ਉਹਦੀ ਕੋਈ ਮਹਾਨਤਾ ਨਹੀਂ ਸੀ, ਜਿਨ੍ਹਾਂ ਦਾ ਸੀ ਉਹਨਾਂ ਦਾ ਬੜਾ ਲਗਾਓ ਹੈ। ਕਿਉਂ ਲਗਾਓ ਹੈ? ਕਿਉਂਕਿ ਉਹ ਉਹਨਾਂ ਨੂੰ ਉਹਨਾਂ ਦੀ ਯਾਦ ਦਿਵਾਉਂਦੀ ਹੈ। ਜਿਹਦੇ ਤੋਂ ਜਿਹੜਾ ਕੁਰਬਾਨ ਹੋਏ ਸਨ, ਉਹਨਾਂ ਦੀਆਂ ਸਿੱਖਿਆ ਦੇ ਤੁਰਨ ਦੀ ਗੱਲ ਸਮਝਾਉਂਦੀ ਹੈ। ਜਿਉਂਦੀਆਂ ਜਾਗਦੀਆਂ ਕੌਮਾਂ ਤੇ ਦੇਸ਼ ਵੀ ਆਪਣੇ ਸ਼ਹੀਦਾਂ ਤੇ ਪਰਵਾਨਿਆਂ ਦੀ ਯਾਦਾਂ ਨੂੰ ਦਿਲ ਵਿੱਚ ਤਾਜ਼ਾ ਰੱਖਣ ਲਈ ਹਮੇਸ਼ਾ ਹੀ ਉਦਮ ਕਰਦੇ ਰਹਿੰਦੇ ਹਨ। ਮੇਰੀਆਂ ਕਿਤਾਬਾਂ ਵਿੱਚ ਉਹਨਾਂ ਦਾ ਇਤਿਹਾਸ ਲਿਖ ਕੇ ਨਹੀਂ, ਉਹਨਾਂ ਦੀ ਹਿਸਟਰੀ ਲਿਖ ਕੇ ਨਹੀਂ, ਕੱਲੀਆਂ ਕਿਤਾਬਾਂ ਪੜ੍ਹ ਕੇ ਨਹੀਂ। ਪੁਸਤਕ ਪੜ੍ਹਨਾ ਸੁਚੇਤ ਮਨ ਦਾ ਕੰਮ ਹੈ। ਹਰੇਕ ਨੇ ਪੁਸਤਕਾਂ ਪੜ੍ਹਨੀਆਂ ਵੀ ਨਹੀਂ, ਸਾਰਿਆਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ। ਉਹਨਾਂ ਦੀ ਯਾਦ ਦਾ ਡੂੰਘਾ ਪ੍ਰਭਾਵ ਮਨੁੱਖ ਦੇ ਧੁਰ ਅੰਦਰ ਪੈਦਾ ਕਰਨ ਦੇ ਲਈ ਉਹਨਾਂ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਜਾਂਦੀਆਂ ਹਨ। ਇਹ ਬੁੱਤ ਕਿਉਂ ਬਣਾਏ ਜਾਂਦੇ ਨੇ? ਕਿਉਂ ਬਣਾਈਆਂ ਜਾਂਦੀਆਂ ਨੇ? ਕਿਉਂ? ਕਿਉਂਕਿ ਉਹਨਾਂ ਦੀ ਯਾਦਗਾਰ ਬਣ ਜਾਏ, ਉਹਨਾਂ ਦਾ ਬਾਕੀ ਵੀ ਉਹਨਾਂ ਵਾਂਗੂ ਕੁਰਬਾਨ ਹੋਣ ਲਈ ਤਿਆਰ ਹੋ ਜਾਣ। ਇਹ ਕਿਉਂ ਬਣਾਈਆਂ ਜਾਂਦੀਆਂ ਨੇ? ਇਸੇ ਵਾਸਤੇ ਬਣਾਈਆਂ ਜਾਂਦੀਆਂ ਨੇ। ਪੁਸਤਕਾਂ ਪੜ੍ਹ ਲੈਣੀਆਂ ਬੰਦੇ ਦੇ ਵੱਸ ਦਾ ਕੰਮ ਨਹੀਂ, ਔਰ ਬੰਦੇ ਦੇ ਵੱਸ ਦਾ ਕੰਮ ਵੀ ਨਹੀਂ ਹੈ। ਪੁਸਤਕਾਂ ਸੁਚੇਤ ਮਨ ਪੜ੍ਹ ਸਕਦਾ ਹੈ। ਹਰ ਬੰਦਾ ਪੁਸਤਕ ਨਹੀਂ ਪੜ੍ਹਦਾ, ਪਰ ਬੁੱਤ ਨੂੰ। ਅੱਜ ਸਵੇਰ ਦੀ ਕਲਾਸ ਵਿੱਚ ਗੱਲ ਚੱਲ ਰਹੀ ਸੀ, ਭਾਈ ਤਾਰੂ ਸਿੰਘ ਜੀ ਸ਼ਹੀਦ ਦੀ ਯਾਦ। ਸੱਚਮੁੱਚ ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਇਸ ਤਰ੍ਹਾਂ ਹੱਥ ਵਿੱਚ ਫੜੀ ਹੋਈ ਤੇ ਖੂਨ ਦੇ ਛੱਟੇ ਥੱਲੇ ਨੂੰ ਪੈਂਦੇ ਦਿਸਦੇ ਹਨ, ਤੇ ਕੇਸਾਂ ਦੇ ਨਾਲ ਪਿਆਰ ਪੈਦਾ ਹੁੰਦਾ ਹੈ, ਅੰਦਰ ਮੁਹੱਬਤ ਪੈਦਾ ਹੁੰਦੀ ਹੈ। ਔਰ ਕੇਸਾਂ ਤੋਂ ਇੰਨੀ ਮਹਾਨਤਾ ਕੇਸਾਂ ਦੀ, ਕੇਸਾਂ ਲਈ ਇੰਨਾ ਪਿਆਰ, ਕੋਈ ਕੇਸਾਂ ਲਈ ਆਪਣੀ ਖੋਪਰੀ ਲਵਾ ਸਕਦਾ ਹੈ? ਇਹ ਸਾਡੇ ਅੰਦਰ ਕੇਸਾਂ ਦੇ ਪ੍ਰਤੀ ਪਿਆਰ ਪੈਦਾ ਕਰਦੇ ਹਨ। ਇਹ ਤਾਂ ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਅਸੀਂ ਉਸ ਭਾਈ ਤਾਰੂ ਸਿੰਘ ਵਰਗੇ ਮਹਾਨ ਸੂਰਬੀਰ ਯੋਧੇ ਦੀ ਯਾਦ ਨੂੰ ਕਾਇਮ ਨਹੀਂ ਰੱਖਿਆ। ਚਾਹੀਦਾ ਤਾਂ ਇਹ ਸੀ ਹਰ ਖਾਲਸਾ ਸਕੂਲ ਦੇ ਵਿੱਚ, ਹਰ ਖਾਲਸਾ ਇੰਸਟੀਚਿਊਸ਼ਨ ਦੇ ਵਿੱਚ ਖਾਸ ਕਰਕੇ ਇਸ ਭਾਈ ਤਾਰੂ ਸਿੰਘ ਦੀ ਵੱਡੀ ਤਸਵੀਰ ਬਣਾ ਕੇ ਗੇਟ ਦੇ ਐਂਟਰੈਂਸ ਤੇ ਲੱਗਦੀ, ਤਦ ਕਿ ਆਉਣ ਵਾਲਾ ਪਹਿਲਾਂ ਭਾਈ ਤਾਰੂ ਸਿੰਘ ਦੇ ਉਹਨਾਂ ਦੇ ਕੇਸਾਂ ਨੂੰ ਦੇਖਦਾ ਤੇ ਉਹਦੇ ਮਨ ਅੰਦਰ ਵੀ ਆਪਣੇ ਕੇਸਾਂ ਨੂੰ ਰੱਖਣ ਦੇ ਪਿਆਰ ਪੈਦਾ ਹੁੰਦਾ, ਮੁਹੱਬਤ ਪੈਦਾ ਹੁੰਦੀ, ਜਿਹੜੀ ਅਸੀਂ ਇਹ ਕਰ ਨਾ ਸਕੇ। ਕਿਉਂਕਿ ਇਹ ਚਿੰਨ੍ਹ, ਇਹ ਯਾਦਗਾਰਾਂ ਸਾਨੂੰ ਆਪਣੇ ਉਹਨਾਂ ਪੁਰਖਾਂ ਦੇ ਉੱਤੇ ਪਾਏ ਹੋਏ ਪੂਰਨਿਆਂ ਤੇ ਚੱਲਣ ਲਈ ਤਿਆਰ ਕਰ ਦਿੰਦੀਆਂ ਹਨ। ਭਾਵੇਂ ਯਾਦਗਾਰਾਂ ਇਮਾਰਤ ਤੇ ਚੂਨੇ ਪੱਥਰਾਂ ਦੀਆਂ ਬਣਦੀਆਂ ਹਨ। ਕਈ ਵਾਰੀ ਦਲੀਲਬਾਜ਼ ਮਨ ਇਹ ਕਹਿੰਦਾ ਕਿਹੜੀ ਕੋਈ ਫਿਲਾਸਫੀ ਲੱਭ ਸਕਦੀ ਹੈ। ਉਹ ਪਰ ਪਿਆਰਿਓ, ਮੈਨੂੰ ਯਾਦ ਹੈ ਸਰਹੰਦ ਦੀਆਂ ਉਹ ਕੱਚੀਆਂ ਕੰਧਾਂ ਦੇ ਇੱਟਾਂ ਦੇ ਨਾਲ ਬਣੀਆਂ ਹੋਈਆਂ ਕੰਧਾਂ, ਜਦੋਂ ਮੈਂ ਬਚਪਨ ਉੱਥੇ ਗਿਆ ਸਾਂ, ਉਹਨਾਂ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਅੱਜ ਉਹ ਕੰਧਾਂ, ਉਹ ਇੱਟਾਂ ਉਸੇ ਤਰ੍ਹਾਂ ਘੁੰਮ ਰਹੀਆਂ ਹਨ। ਕਿਉਂ? ਮੇਰੇ ਕਲਗੀਧਰ ਦੇ ਲਾਲਾ ਨੂੰ ਉਹਨਾਂ ਕਿੱਟਾਂ ਦੇ ਵਿੱਚ ਕਰਕੇ ਸ਼ਹੀਦ ਕੀਤਾ ਗਿਆ ਸੀ। ਉਹ ਯਾਦਗਾਰ, ਅੰਦਰ ਕੁਰਬਾਨੀ ਦਾ ਜਜ਼ਬਾ ਪੈਦਾ ਹੁੰਦਾ, ਮੁਹੱਬਤ ਪੈਦਾ ਹੁੰਦੀ ਹੈ। ਇਹ ਧਾਰਮਿਕ ਨਿਸ਼ਾਨੀਆਂ, ਧਾਰਮਿਕ ਚਿੰਨ੍ਹ, ਧਾਰਮਿਕ ਪਹਿਰਾਵੇ, ਧਾਰਮਿਕ ਕਕਾਰ ਗੁਰੂ ਤੋਂ ਕੁਰਬਾਨ ਹੋਣ ਲਈ ਸਾਨੂੰ ਤਿਆਰ ਕਰਦੇ ਹਨ। ਅਸੀਂ ਸ਼ਾਇਦ ਇਸ ਗੱਲਾਂ ਨੂੰ ਸਮਝ ਨਾ ਸਕੇ, ਦਲੀਲਾਂ ਦਿੰਦੇ ਹਾਂ। ਸ਼ਹੀਦਾਂ ਦੀ ਯਾਦਗਾਰ ਦਾ ਸਰੂਪ ਠੀਕ ਹੈ, ਭਾਵੇਂ ਪੱਥਰ ਦਾ ਬਣਿਆ ਹੋਵੇ ਤੇ ਭਾਵੇਂ ਇੱਟਾਂ ਦਾ ਬਣਿਆ ਹੋਵੇ, ਪਰ ਜਦੋਂ ਇਹਨਾਂ ਨੂੰ ਇਨਸਾਨ ਦੇਖ ਕੇ ਉੱਥੇ ਲਿਖਿਆ ਹੋਇਆ ਇਤਿਹਾਸ ਪੜ੍ਹ ਲੈਂਦਾ ਹੈ, ਤਾਂ ਮਨ ਅੰਦਰ ਜਾ ਕੇ ਅੱਖਰ ਉਕਰ ਜਾਂਦੇ ਹਨ, ਉੱਤਰ ਮਨ ਵਿੱਚ ਜਾ ਕੇ ਅੱਖਰ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਯਾਦ ਕਰਕੇ ਹਮੇਸ਼ਾ ਹੀ
ਆਪਣੇ ਆਉਣ ਵਾਲੇ ਭਵਿੱਖ ਨੂੰ ਹੋਰ ਵਧੀਆ ਬਣਾਉਂਦੇ ਰਹਿੰਦੇ ਹਾਂ। ਇਹ ਜਿਹੜੇ ਚਿੰਨ੍ਹ ਸਾਡੇ ਅੰਦਰ ਚੜ੍ਹਦੀ ਕਲਾ ਕਾਇਮ ਰੱਖਣ, ਜਿਹੜੇ ਚਿੰਨ੍ਹ ਉੱਚੇ ਭਾਵ ਪੈਦਾ ਕਰਨ, ਉਹ ਚਿੰਨ੍ਹ ਹਮੇਸ਼ਾ ਹੀ ਮੁਬਾਰਕ ਹਨ। ਉਹ ਜਗਤ ਦੇ ਜੀਵਾਂ ਲਈ ਇੱਕ ਚਾਨਣ ਮੁਨਾਰਾ ਹੁੰਦੇ ਹਨ। ਜਿਹੜੇ ਚਿੰਨ੍ਹ ਸਾਨੂੰ ਗੁਰੂ ਤੋਂ ਕੁਰਬਾਨ ਹੋਣ ਲਈ ਹਮੇਸ਼ਾ ਲਈ ਤਿਆਰ ਕਰ ਦਿੰਦੇ ਹਨ, ਜਾਂ ਜਿਨ੍ਹਾਂ ਚਿੰਨ੍ਹਾਂ ਨੂੰ ਤੱਕ ਕੇ ਸਾਨੂੰ ਆਪਣਾ ਗੁਰੂ ਯਾਦ ਆਉਂਦਾ ਹੈ। ਅਸੀਂ ਕਦੀ ਭੁੱਲ ਸਕਦੇ ਹਾਂ? ਗੁਰੂ ਕੇ ਪਿਆਰਿਓ, ਸਰਸਾ ਦਾ ਕੰਢਾ, ਅਸੀਂ ਕਦੀ ਭੁੱਲ ਸਕਦੇ ਹਾਂ ਉਹ ਚਮਕੌਰ ਦੀ ਗੜੀ? ਅਸੀਂ ਕਦੀ ਭੁੱਲ ਸਕਦੇ ਹਾਂ ਸਰਹੱਦ ਦੀਆਂ ਖੂਨੀ ਦੀਵਾਰਾਂ? ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਸਰਹੱਦ ਦੀ ਦੀਵਾਰ, ਖਿਦਰਾਣੇ ਦੀ ਢਾਬ, ਗੁਰਦਾਸ ਨੰਗਲ ਦੀ ਹਵੇਲੀ, ਗੁਰੂ ਨਾਨਕ ਦਾ ਜਨਮ ਸਥਾਨ ਨਨਕਾਣਾ ਸਾਹਿਬ, ਗੁਰੂ ਕਾ ਬਾਗ, ਗੰਗਸਰ, ਜੈਤੋ, ਤੇ ਦੂਰ ਜਾਣ ਦੀ ਲੋੜ ਨਹੀਂ। 1984 ਵਿੱਚ ਹਰਮੰਦਰ ਤੇ ਸ਼੍ਰੀ ਅਕਾਲ ਤਖਤ ਸਾਨੂੰ ਲੱਗੇ ਹੋਏ ਗੋਲੇ ਕਦੀ ਸਾਡੇ ਦਿਮਾਗ ਚੋਂ ਨਿਕਲ ਸਕਦੇ ਹਨ? ਬਦਕਿਸਮਤੀ ਹੈ ਕਿ ਅਸੀਂ ਉਹਨਾਂ ਯਾਦਗਾਰਾਂ ਨੂੰ ਸਾਂਭ ਕੇ ਨਾ ਰੱਖ ਸਕੇ। ਅਸੀਂ ਤਾਂ ਗੋਲਿਆਂ ਦੇ ਨਿਸ਼ਾਨ ਵੀ ਚੂਨੇ ਤੇ ਕਲੀਆਂ ਕਰਕੇ ਭਰ ਦਿੱਤੇ। ਅੱਜ ਉਹ ਨਿਸ਼ਾਨ ਸਾਡੇ ਅੰਦਰ ਉੱਕਰ ਜਾਂਦੇ। ਜੇ ਅਸੀਂ ਉਹਨਾਂ ਨਿਸ਼ਾਨਾਂ ਨੂੰ ਵੇਖਿਆ ਹੁੰਦਾ, ਸਾਡੀਆਂ ਆਉਣ ਵਾਲੀਆਂ ਪਨੀਰੀਆਂ ਨੂੰ ਵੀ ਇਹ ਗੱਲ ਯਾਦ ਹੁੰਦੀ ਕਿ ਇਹਨਾਂ ਨਿਸ਼ਾਨਾਂ ਨੂੰ ਦੁਸ਼ਮਣ ਨੇ ਕਿਸੇ ਵੇਲੇ, ਸਾਡੇ ਆਪਣੇ ਕਹਾਉਣ ਵਾਲਿਆਂ ਨੇ ਇਹਨਾਂ ਨੂੰ ਕਦੀ ਢਹਿ ਢੇਰੀ ਕੀਤਾ ਸੀ। ਸਾਡੀ ਬਦਕਿਸਮਤੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਅੱਜ ਸਾਂਭ ਕੇ ਨਾ ਰੱਖ ਸਕੇ, ਕਿਉਂਕਿ ਇਹ ਯਾਦਗਾਰਾਂ ਸਾਡੇ ਅੰਦਰ ਕੌਮੀ ਜਿਹੜੀਆਂ ਹਨ, ਅੰਦਰ ਕੌਮੀ ਸੁਚੇਤਤਾ ਪੈਦਾ ਕਰਦੀਆਂ ਹਨ, ਚੇਤਨਾ ਪੈਦਾ ਕਰਦੀਆਂ ਹਨ। ਇਹ ਯਾਦਗਾਰਾਂ ਸਾਨੂੰ ਕੁਰਬਾਨ ਹੋਣ ਲਈ ਤਿਆਰ ਕਰ ਦਿੰਦੀਆਂ ਹਨ। ਇੱਕ ਹੋਰ ਤਰ੍ਹਾਂ ਦੇ ਚਿੰਨ੍ਹ ਵੀ ਹੁੰਦੇ ਹਨ, ਕਹਿ ਕੇ ਮੈਂ ਸਮਾਪਤੀ ਕਰ ਦਿਆਂਗਾ, ਜੋ ਸਾਰੇ ਜਗਤ ਨਾਲ ਸਾਂਝ ਤੇ ਪਿਆਰ ਪੈਦਾ ਕਰਨ ਦੀ ਥਾਂ ਤੇ ਕਿਸੇ ਖਾਸ ਕੌਮ ਦੀ ਵਿਸ਼ੇਸ਼ਤਾ ਨੂੰ ਤੇ ਉੱਚੇਪਨ ਦਾ ਢੰਡੋਰਾ ਦਿੰਦੇ ਹਨ। ਇਸ ਤਰ੍ਹਾਂ ਦੇ ਚਿੰਨ੍ਹ ਵੀ ਹੁੰਦੇ ਹਨ ਜਿਨ੍ਹਾਂ ਚਿੰਨ੍ਹਾਂ ਨੂੰ ਧਾਰਨ ਕਰਨਾ ਉਹਨਾਂ ਦਾ ਹੀ ਕੇਵਲ ਹੱਕ ਹੁੰਦਾ ਹੈ। ਹਰੇਕ ਪ੍ਰਾਣੀ ਮਾਤਰ ਨੂੰ ਚਿੰਨ੍ਹ ਧਾਰਨ ਕਰਨ ਦੀ ਆਗਿਆ ਨਹੀਂ ਹੁੰਦੀ। ਉਹਨਾਂ ਚਿੰਨ੍ਹਾਂ ਤੋਂ ਪ੍ਰਗਟ ਹੋਣ ਵਾਲੇ ਭਾਵ ਜਿਹੜੇ ਹਨ, ਉਹਦਾ ਅਧਿਕਾਰੀ ਕੇਵਲ ਉਹੀ ਬੰਦਾ ਹੋ ਸਕਦਾ ਹੈ ਜਿਹਨੇ ਆਪਣਾ ਆਪ ਉਸ ਚਿੰਨ੍ਹ ਦੇ ਮਾਲਕ ਨੂੰ ਕਦੀ ਸਮਰਪਿਤ ਕਰ ਦਿੱਤਾ ਹੋਵੇ। ਇਸ ਜਗਤ ਦੇ ਵਿੱਚ ਉੱਚੀ ਵਿਦਿਆ ਵਾਲੇ ਵਿਦਵਾਨ ਨਹੀਂ ਤੇ ਨਾ ਹੀ ਬਣ ਸਕਦੇ ਹਨ ਦੁਨੀਆ ਦੇ ਸਾਰੇ ਮਨੁੱਖ। ਸਾਰੀ ਦੁਨੀਆ ਦੇ ਨਾ ਵਿਦਵਾਨ ਬਣ ਸਕਦੀ ਹੈ, ਨਾ ਹੀ ਉੱਚੀ ਵਿਦਿਆ ਵਾਲੀ ਬਣ ਸਕਦੀ ਹੈ। ਸਭ ਬੰਦਿਆਂ ਦੀ ਰੁਚੀ ਵੀ ਇੱਕੋ ਪਾਸੇ ਦੀ ਨਹੀਂ ਹੁੰਦੀ। ਧਾਰਮਿਕ ਫਿਲਾਸਫਰ ਨਹੀਂ ਬਣ ਸਕਦੇ। ਜੇ ਧਰਮ ਨਾਲ, ਨਿਰੇ ਸੁਚੇਤ ਮਨ ਨਾਲ, ਕੌਨਸ਼ੀਅਸ ਮਾਈਂਡ ਦੇ ਨਾਲ ਹੀ ਇਹ ਹਿੱਸੇ ਆਇਆ ਹੁੰਦਾ ਤਾਂ ਜਗਤ ਵਿੱਚ ਅੱਜ ਕਰੋੜਾਂ ਬੰਦੇ ਧਰਮ ਤੋਂ ਪੈਦਾ ਹੋਣ ਵਾਲੇ ਉੱਚੇ ਬਲਵਿਆਂ ਤੇ ਜਜ਼ਬਿਆਂ ਤੋਂ ਵਾਂਝੇ ਰਹਿ ਜਾਂਦੇ। ਜੇ ਕੇਵਲ ਸੁਚੇਤ ਮਨ ਦੀ ਕਹਾਣੀ ਹੁੰਦੀ। ਇਹ ਧਾਰਮਿਕ ਚਿੰਨ੍ਹਾਂ ਦੀ ਬਰਕਤ ਹੈ ਕਿ ਅਨਪੜ੍ਹ ਬੰਦਿਆਂ ਦੇ ਮਨਾਂ ਦੇ ਵਿੱਚ ਵੀ ਉੱਚੇ ਭਾਵ ਪੈਦਾ ਕਰਦੇ ਹਨ, ਕਿਉਂਕਿ ਇਹ ਚਿੰਨ੍ਹ ਮਨੁੱਖ ਦੇ ਹਿਰਦੇ ਦੀ ਇੱਕ ਡੂੰਘੀ ਤਹਿ ਤੱਕ ਚਲੇ ਜਾਂਦੇ ਹਨ, ਜਿੱਥੇ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਇਹ ਗੁਰਮੁਖੀ ਪਹਿਰਾਵਾ, ਇਹ ਧਾਰਮਿਕ ਚਿੰਨ੍ਹ, ਇਹ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ। ਸ਼ਾਇਦ ਸਾਨੂੰ ਇਹ ਉੱਪਰੇ ਧਿਆਨ ਲੱਗਦੇ ਹਨ, ਅਸੀਂ ਇਹਨਾਂ ਦਾ ਪੂਰਾ ਆਨੰਦ ਨਹੀਂ ਮਾਣਿਆ। ਸ਼ਾਇਦ ਇਹਨਾਂ ਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਢਾਲਿਆ ਨਹੀਂ। ਇਹ ਕੇਵਲ ਕਰਮਕਾਂਡ ਤੇ ਦਿਖਾਵਾ ਕਿਉਂ ਲੱਗਦਾ ਹੈ? ਕਿਉਂਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਉਹ ਗੁਣ ਧਾਰਨ ਨਾ ਕੀਤੇ। ਸਾਡਾ ਕਿਰਦਾਰ ਉਹਨਾਂ ਉੱਚਾ ਸੁੱਚਾ ਨਾ ਰਿਹਾ ਜਿਹੜਾ ਹੋਣਾ ਚਾਹੀਦਾ ਸੀ। ਇਹ ਧਾਰਮਿਕ ਪਹਿਰਾਵਾ ਮਾੜਾ ਨਹੀਂ। ਬੰਦੇ ਦੇ ਵਿਚਾਰ, ਬੰਦੇ ਦੀ ਸੋਚਣੀ ਸ਼ਾਇਦ ਉਸ ਪਹਿਰਾਵੇ ਵਰਗੀ ਨਾ ਬਣੀ ਹੋਵੇ ਜਿਸ ਬੰਦੇ ਨੇ ਉਹ ਪਹਿਰਾਵਾ ਪਹਿਨਿਆ ਹੋਇਆ ਹੈ। ਖਿਆਲ ਕਰਨਾ ਔਖੀ ਘਾਟੀ ਹੋਇਆ। ਗੱਲਾਂ ਕਰਕੇ ਅਸੀਂ ਉਹਨਾਂ ਨੂੰ ਗੱਲਾਂ ਤਾਂ ਬਹੁਤ ਛੇਤੀ ਕਰਦੇ ਨੇ। ਅਸੀਂ ਦੇਖੇ ਹੋਏ ਹਨ ਕਿਰਪਾਨਾਂ ਪਾਉਣ ਵਾਲੇ, ਅਸੀਂ ਦੇਖੇ ਹੋਏ ਹਨ ਅੰਮ੍ਰਿਤ ਛਕਣ ਵਾਲੇ, ਅਸੀਂ ਦੇਖੇ ਹੋਏ ਹਨ ਫਲਾਣਾ ਕੰਮ ਕਰਦੇ ਹਨ। ਭਲਿਓ, ਸਾਰੇ ਅੰਮ੍ਰਿਤਧਾਰੀ ਤਾਂ ਇਹੋ ਜਿਹਾ ਕੰਮ ਨਹੀਂ ਕਰਦੇ। ਉਹ ਚੰਗਿਆਂ ਦੀ ਗੱਲ ਵੀ ਕਰ ਲਓ। 100 ਦੇ ਵਿੱਚੋਂ ਇੱਕ ਸੇਬ ਵੀ ਗਲਿਆ ਨਿਕਲ ਆਉਂਦਾ ਹੈ। ਸਾਰੀ ਸੇਬਾਂ ਦੀ ਪੇਟੀ ਤਾਂ ਖਰਾਬ ਨਹੀਂ ਹੁੰਦੀ। ਖਿਆਲ ਤਾਂ ਕਰੀਏ। ਅਸੀਂ ਗੱਲਾਂ ਕਰਕੇ ਆਪਣੇ ਆਪ ਨੂੰ ਸੁਰਖਰੂ ਕਰਨ ਦਾ ਯਤਨ ਕਰਦੇ ਹਾਂ, ਪਰ ਖਿਆਲ ਕਰਿਓ ਇਹ ਸੁਰਖਰੂ ਕੇਵਲ ਗੱਲਾਂ ਨਾਲ ਨਹੀਂ। ਇਹ ਧਾਰਮਿਕ ਬਾਣਾ, ਇਹ ਧਾਰਮਿਕ ਚਿੰਨ੍ਹ ਸਾਡੇ ਅੰਦਰ ਚੜ੍ਹਦੀ ਕਲਾ ਪੈਦਾ ਕਰਦੇ ਹਨ। ਆਓ ਕੋਸ਼ਿਸ਼ ਕਰੀਏ ਕਿ ਇਸ ਪਹਿਰਾਵੇ ਨੂੰ, ਇਸ ਧਾਰਮਿਕ ਚਿੰਨ੍ਹ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਕੋਈ ਹਿੱਸਾ ਬਣਾ ਸਕੀਏ, ਤਦ ਕਿ ਸਾਡਾ ਵੀ ਲੋਕ ਪਰਲੋਕ ਸੁਹੇਲਾ ਹੋ ਜਾਏ। ਇੰਨੀ ਵਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕੀ ਦੀ ਖਿਮਾ। ਸਾਰੇ ਪਿਆਰ ਸਾਥ ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।